वंदन पद पंकज वंदना सिमरो अंगद दोख निकंदना अमरदास गुर हृदय ते आओ हृदय ते आओ। श्री गुरु रामदास गुण गाओ। श्री अर्जुन विघ्नन के नाशक विघ्नन के नाशक हर गोविंद शुभ सुमत प्रकाशिक। श्री हर राय नमो कर जोरी नमो कर जोरी। गुरु हर कृष्ण मनाए बहोरी। तेग बहादुर परम कृपाला जी परम कृपाला। श्री गुरु गोविंद सिंह विशाला। तरों तरा तार पुन पुन शीस जी पुन पुन शीस। बंदो बार बार जगदीश। जिसमें अमृत ज्ञान है मानस भगत वैराग। श्री गुरु ग्रंथ साहिब उदद बंदो कर अनुराग। एक ओंकार सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। जुत चंचलता चित वंचित हों दिस। मान रखै कर चातुरताई। गन मानो मैं असना को जिसकी जिसको न टीठ लगाई। परम सन्मान योग चवर छत्र तखत दे मालिक ज़ाहरा ज़हूर हाजरा हजूर सर्व कला भरपूर सतगुरु साहिब श्री गुरु ग्रंथ साहिब जी महाराज सतगुरु जी की पावन पवित्र हजूरी अंदर हाजरीन। गुरु प्यारे गुरु सवारे सतसंगी जनों आओ महाराज जी की पार बख्शिश नाल संध्या वेले दे पावन पवित्र दीवाना की प्रारंभता करिए। गुरु इतिहास की लड़ीवार कथा विचार सतगुरां दे पावन पवित्र स्थानां ते जो निता प्रत हुंदी है चलदी आ रही लड़ी तहत थोड़ा जिहा समा महाराज जी के जीवन बिरतांतां गुरु साखियां नाल जुड़न दा यतन करते हाँ। प्रथम महाराज तो आग्या लईए अपनी रसना नूं पवित्र करिए। गुरु फतेह नाल सांझ पाइओ। फतेह प्रवानी जीओ। वाहिगुरू जी का खालसा वाहिगुरू जी की फतेह। कल दे दीवाना अंदर जिथे संपन्नता होई सतगुरु साहिब श्री गुरु गोबिंद सिंह साहब जी महाराज जो के बालपने के अंदर पटना साहब की मुबारक धरती ते बाल चोज वरता रहे ने। छोटी आयु है। माता गुजर कौर जी बड़े ही प्यार नाल दुलार करते ने। मामा कृपाल चंद जी माता नानकी जी अज मौज हुई है। मामा कृपाल चंद जी नूं नाल लै करके ते गंगा दे तट ते गए सन। मलाह नूं सद्दिया बेड़ी च चढ़ गए ते बेड़ी दे अंदर कदे पूर्व दिशा वाल कदे पश्चिम वाल बेड़ी चला करके ते बेड़ी विच बैठ करके आनंद मान रहे हैं।
ਬਹੁਤ ਮਨਮੋਹਕ ਦ੍ਰਿਸ਼ ਹੈ, ਕਿਉਂਕਿ ਜਿਸ ਤੱਟ ਤੇ ਲਾਲ ਗੋਬਿੰਦ ਰਾਏ ਜੀ ਗੰਗਾ ਵਿੱਚ ਸੈਰ ਕਰ ਰਹੇ ਨੇ, ਪਟਨਾਪੁਰ ਵਾਸੀ ਹੋਰ ਬੇਅੰਤ ਲੋਕ ਜਿਹੜੇ ਨੇ ਉਸ ਥਾਂ ਤੇ ਆਪਣੇ ਨਿੱਜੀ ਕਾਰਜਾਂ ਹਿਤ ਹਾਜ਼ਰ ਸਨ। ਸੋ ਸਾਰੇ ਦੇ ਸਾਰੇ ਹੀ ਇੱਥੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਲਾਲ ਗੋਬਿੰਦ ਰਾਏ ਜੀ ਦੇ ਇਹ ਕੌਤਕ ਵੇਖਦੇ ਨੇ ਤੇ ਬਹੁਤ ਪ੍ਰਭਾਵਿਤ ਹੁੰਦੇ ਨੇ। ਭਾਈ ਸਾਹਿਬ ਜੀ ਹੋਰਾਂ ਨੇ ਸ਼ਬਦ ਵਰਤੇ ਨੇ ਅੱਗੇ, ਗਨ ਮਾਨੋ ਮੈਂ ਅਸ ਨਾਹੇ ਕਹੂ, ਜਿਸ ਕੀ ਦਿਸ਼ ਤੈਨ ਨਿਹੀ ਤੀਨ ਚੜਾਵੇ। ਜਿਤਨੇ ਵੀ ਉਸ ਥਾਂ ਤੇ ਮਨੁੱਖ ਮੌਜੂਦ ਹਨ, ਨਰ ਨਾਰੀ, ਜੋ ਵੀ ਕੋਈ ਉਸ ਥਾਂ ਤੇ ਬੈਠਾ ਹੈ ਗੰਗਾ ਦੇ ਤੱਟ ਤੇ, ਸੋ ਸਾਰੇ ਹੀ ਉਸ ਵਕਤ ਆਪਣਿਆਂ ਨੇਤਰਾਂ ਦੇ ਨਾਲ ਲਾਲ ਗੋਬਿੰਦ ਰਾਏ ਜੀ ਦੇ ਕੌਤਕਾਂ ਨੂੰ ਤੱਕ ਰਹੇ ਸਨ। ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ, ਪੁਰਾਣੇ ਸਮਿਆਂ ਦੇ ਵਿੱਚ ਨਾ ਪਾਣੀ ਦੀ ਵਰਤੋਂ ਵਾਲੇ ਜਿਤਨੇ ਵੀ ਕਾਰਜ ਹੁੰਦੇ ਸਨ, ਉਹ ਅਕਸਰ ਦਰਿਆਵਾਂ ਦੇ, ਨਦੀਆਂ ਦੇ ਕਿਨਾਰਿਆਂ ਤੇ ਹੀ ਉਹ ਕਾਰਜ ਹੁੰਦੇ ਸਨ। ਜਿਵੇਂ ਬਸਤਰ ਪਖਾਲਣੇ, ਇਸ਼ਨਾਨ ਪਾਨ ਆਦਿ ਕਰਨਾ, ਘਰ ਦੇ ਹੋਰ ਘਰ, ਇੱਦਾਂ ਅਜੋਕੇ ਸਮੇਂ ਵੱਤ ਘਰ ਦੇ ਵਿੱਚ ਪਾਣੀ ਦੇ ਇੰਤਜ਼ਾਮ ਨਹੀਂ ਹੁੰਦੇ ਸਨ। ਜਾਂ ਤੇ ਉਹਨਾਂ ਦਰਿਆਵਾਂ ਤੋਂ ਇਸਤਰੀਆਂ ਭਰ ਕੇ ਲਿਆਉਂਦੀਆਂ ਸਨ ਤੇ ਜਾਂ ਫਿਰ ਉੱਥੇ ਹੀ ਸਭ ਕੁਝ ਕੀਤਾ ਜਾਂਦਾ ਸੀ। ਸੋ ਇਸ ਵਿਧ ਗੰਗਾ ਦੇ ਤੱਟ ਤੇ ਪਹਿਲਾਂ ਵੀ ਬਹੁਤ ਸਾਰੇ ਨਰ ਨਾਰੀ ਮਨੁੱਖ ਮੌਜੂਦ ਹਨ। ਹੁਣ ਲਾਲ ਗੋਬਿੰਦ ਰਾਏ ਜੀ ਆਪਣੇ ਹਾਣੀਆਂ ਦੇ ਨਾਲ ਖੇਡ ਰਹੇ ਨੇ ਤੇ ਸਭ ਕੋਈ ਵੇਖ ਕਰਕੇ ਇਹ ਮਹਿਸੂਸ ਕਰਦਾ ਹੈ ਕਿ ਇਹ ਆਮ ਮਨੁੱਖ ਨਹੀਂ ਨੇ, ਕੋਈ ਬਖਸ਼ਿਸ਼ ਦੇ ਮਾਲਕ ਹਨ। ਬਹੁ ਬਾਲਕ ਮੈਂ ਮਿਲ ਖੇਲਤ ਹੈ, ਮਿਦ ਮੂਰਤ ਮਾਦਰੀ ਪੈ ਜਬ ਛਾਈ। ਬਹੁ ਬਾਲਕ ਮੈਂ, ਆਪਣੇ ਨਾਲ ਦੇ ਜਿਤਨੇ ਹਾਣੀ ਹਨ, ਬੱਚੇ ਹਨ, ਉਹਨਾਂ ਦੇ ਨਾਲ ਮਿਲ ਕਰਕੇ ਖੇਡਦੇ ਹਨ ਤੇ ਬਹੁਤ ਪ੍ਰਸੰਨ ਹੁੰਦੇ ਹਨ। ਜਿਸ ਵਕਤ ਖੇਡਦੇ ਹਨ, ਮ੍ਰਿਦ ਮੂਰਤ ਮਾਦਰੀ ਪੈ ਜਗ ਛਾਈ, ਛੋਟੇ ਜਿਹੇ ਆਪਣੇ ਪਵਿੱਤਰ ਮੁਖ ਤੋਂ ਛੋਟੇ ਛੋਟੇ ਸ਼ਬਦਾਂ ਦੇ ਨਾਲ ਨਾਲ ਦੇ ਬੱਚਿਆਂ ਨੂੰ ਆਵਾਜ਼ਾਂ ਮਾਰਨੀਆਂ, ਉਹਨਾਂ ਨਾਲ ਹੱਸਣਾ ਖੇਡਣਾ, ਤੇ ਬੜੇ ਹੀ ਮਿੱਠੇ ਬੋਲ ਹਨ। ਜਿਸ ਵਕਤ ਇਸ ਪਾਵਨ ਮੁਖ ਤੋਂ ਉਹ ਸ਼ਬਦ ਉਚਾਰਨ ਹੁੰਦੇ ਹਨ, ਕਰ ਬੰਧਨ ਕੀਰਤ ਗਾਵਤ ਜਾਤ, ਅਲੌਕਿਕ ਰੀਤ ਪੁਨੀਤ ਸੁਹਾਈ। ਤੇ ਜੋ ਵੀ ਕੋਈ ਪਟਨਾਪੁਰ ਵਾਸੀ ਜਾਂ ਗੁਰੂ ਪਿਆਰ ਵਾਲਾ ਸਤਿਗੁਰੂ ਜੀ ਕੀ ਇਸ ਮੂਰਤ ਦਾ ਦੀਦਾਰ ਕਰਦਾ ਹੈ, ਜਾਂ ਉਸ ਵਕਤ ਜਿਹੜੇ ਸ਼ਬਦ ਬਾਲਪਣੇ ਦੇ ਵਿੱਚ ਜੋ ਬੋਲ ਮਹਾਰਾਜ ਜੀ ਕੇ ਮੁਖ ਤੋਂ ਉਚਾਰਨ ਹੁੰਦੇ ਨੇ, ਉਹ ਸੁਣਦਾ ਹੈ ਤੇ ਮਾਨੋ ਉਹ ਇਸ ਪਾਵਨ ਮੂਰਤ ਤੋਂ ਬਲਿਹਾਰ ਹੋ ਜਾਂਦਾ ਹੈ। ਕਰ ਬੰਧਨ ਭਾਵ ਫਿਰ ਨਮਸਕਾਰ ਕਰਦਾ ਹੈ, ਕੀਰਤ ਗਾਵਤ ਫਿਰ ਲਾਲ ਗੋਬਿੰਦ ਰਾਏ ਜੀਓ ਕਾ ਜਸ ਗਾਉਂਦਾ ਹੈ। ਜਾਚਕ ਜਾਚਨਾ ਜੋਇ ਕਰੈ, ਸੁਨਤਾਹੂੰ ਕਿਰਪਾਲੂ ਦਿਵਾਵਤ ਹੈ। ਤੇ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਜੋ ਵੀ ਕੋਈ ਅਰਥੀ ਮਨੁੱਖ, ਅਰਥੀ ਤੋਂ ਭਾਵ ਕਿਸੇ ਦਾ ਕੋਈ ਸੁਆਉ ਹੁੰਦਾ ਹੈ, ਕੋਈ ਮਨੋਕਾਮਨਾ, ਕੋਈ ਭਾਵਨਾ ਲੈ ਕਰਕੇ ਗੁਰੂ ਨੂੰ ਅਰਾਧਦਾ, ਜਾਚਨਾ ਜਿਹੜਾ ਵੀ ਜਾਚਨਾ ਕਰਦਾ ਹੈ ਤੇ ਜਾਚਕ ਜਿਹੜਾ ਹੈ ਉਹਦੀ ਉਹ ਯਾਚਨਾ ਮਹਾਰਾਜ ਪ੍ਰਵਾਨ ਕਰ ਲੈਂਦੇ ਨੇ। ਜਾਚਕ ਜਾਚਨਾ ਜੋਏ ਕਰੈ, ਜੋ ਵੀ ਉਹਨੇ ਬੇਨਤੀ ਕੀਤੀ ਭਾਵ ਅੰਤਰਾਤਮੇ ਤੋਂ ਧਿਆਨ ਧਰ ਕੇ ਮਹਾਰਾਜ ਜੀ ਕੇ ਚਰਨਾਂ 'ਚ ਪੁਕਾਰ ਕੀਤੀ, ਸੁਨ ਤਾਹੂੰ ਕਿਰਪਾਲ, ਕਿਰਪਾਲੂ ਦਾਤਾ ਉਹਨਾਂ ਦੀ ਅੰਤਰਾਤਮੇ ਦੀ ਉਸ ਮੰਗ ਨੂੰ ਪ੍ਰਵਾਨ ਕਰਕੇ ਉਸ ਨੂੰ ਉਹ ਸ਼ੈ, ਉਹ ਵਸਤੂ ਬਖਸ਼ ਦਿੰਦੇ ਹਨ। ਖੇਲਤ ਬੀਤ ਗਇਓ ਇੱਕ ਜਾਮ, ਮਹਾ ਅਬਰਾਮ ਸੁਹਾਵਤ ਹੈ। ਫਿਰ ਖੇਡਦਿਆਂ ਖੇਡਦਿਆਂ ਨਾ ਕੋਈ ਇੱਕ ਪੈਰ ਸਮਾਂ, ਇੱਕ ਜਾਮ ਤੋਂ ਭਾਵ ਇੱਕ ਪੈਰ ਸਮਾਂ ਜਿਹੜਾ ਹੈ ਉਹ ਬਤੀਤ ਹੋ ਗਿਆ ਹੈ। ਤੇ ਇਹ ਜਿਹੜਾ ਸਮਾਂ ਬਤੀਤ ਹੋਇਆ ਹੈ ਖੇਡ ਵਿੱਚ, ਹਾਣੀਆਂ ਦੇ ਨਾਲ ਖੇਡਦਿਆਂ ਲਾਲ ਜੀ ਹੋਰਾਂ ਨੂੰ ਪਤਾ ਹੀ ਨਹੀਂ ਲੱਗਾ, ਲੇਕਿਨ ਇਹ ਸਮਾਂ ਬਤੀਤ ਹੋ ਗਿਆ ਹੈ। ਮਹਾ ਅਬਿਰਾਮ ਸੁਹਾਵਤ ਹੈ, ਅਜੇ ਵੀ ਉਸੇ ਤਰ੍ਹਾਂ ਹੀ ਇਹ ਜਿਹੜੀ ਖੇਡ ਹੈ ਇਹ ਮਨ ਨੂੰ ਪਿਆਰੀ ਲੱਗ ਰਹੀ ਹੈ ਜੀ। ਸ੍ਰੀ ਗੁਜਰੀ ਤਬ ਦਾਸ ਪਠਿਓ, ਕਹੋ ਜਾਏ ਚਲੋ ਸੋ ਬੁਲਾਵਤ ਹੈ। ਫਿਰ ਮਾਤਾ ਗੁਜਰ ਕੌਰ ਜੀਆਂ ਨੇ ਘਰੋਂ ਨਾ ਆਪਣੇ ਇੱਕ ਸੇਵਕ ਨੂੰ ਇਹ ਹੁਕਮ ਦਿੱਤਾ। ਮਾਤਾ ਜੀ ਕਹਿਣ ਲੱਗੇ ਕਿ ਇੱਕ ਘੜੀ ਤੋਂ, ਇੱਕ ਪੈਰ ਤੋਂ ਵੱਧ ਸਮਾਂ ਹੋ ਗਿਆ, ਲਾਲ ਜੀ ਹੋਰਾਂ ਨੂੰ ਗਏ ਤੇ ਜਾਓ ਜਾ ਕਰਕੇ ਉਹਨਾਂ ਨੂੰ ਸੁਨੇਹਾ ਦਿਓ ਵੀ ਮਾਤਾ ਜੀ ਘਰ ਬੁਲਾ ਰਹੇ ਨੇ। ਸੋ ਜਿਹੜਾ ਸੇਵਕ ਹੈ ਮਾਤਾ ਜੀਆਂ ਤੋਂ ਹੁਕਮ ਪਾ ਕਰਕੇ ਤੇ ਫਿਰ ਉਸ ਸਥਾਨ ਤੇ ਜਾ ਕਰਕੇ ਇਹ ਜਿਹੜਾ ਸੁਨੇਹਾ ਹੈ ਲਾਲ ਗੋਬਿੰਦ ਰਾਏ ਜੀ ਤੱਕ ਤੇ ਮਾਮਾ ਕਿਰਪਾਲ ਚੰਦ ਜੀ ਤੱਕ ਦਿੰਦਾ ਹੈ ਜੀ। ਹਾਥਨ ਜੋਰ ਕਰੀ ਬੇਨੰਤੀ, ਪ੍ਰਭ ਜੂ ਜਨਨੀ ਉਤਲਾਵਤ ਹੈ। ਜਿਹੜਾ ਸੇਵਕ ਮਹਾਰਾਜ ਜੀ ਕੇ ਘਰ ਤੋਂ ਗੰਗਾ ਤੱਟ ਤੱਕ ਗਿਆ ਹੈ,
ਉਸਨੇ ਜਾ ਕਰਕੇ ਜਿਸ ਸਥਾਨ ਤੇ ਲਾਲ ਗੋਬਿੰਦ ਰਾਏ ਜੀ ਖੇਡ ਰਹੇ ਨੇ ਆਪਣੇ ਹਾਣੀਆਂ ਦੇ ਨਾਲ, ਪਾਸ ਜਾ ਕਰਕੇ ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਹੈ। ਕਹਿਣ ਲੱਗਾ, ਸਤਿਗੁਰੂ ਜੀ, ਆਪ ਜੀ ਕੇ ਮਾਤਾ ਜੀ ਵਿਆਕੁਲ ਹੋ ਰਹੇ ਨੇ, ਉਹ ਆਪ ਜੀ ਨੂੰ ਯਾਦ ਕਰ ਰਹੇ ਨੇ ਤੇ ਉਹਨਾਂ ਨੇ ਮੈਨੂੰ ਆਪ ਜੀ ਤੱਕ ਭੇਜਿਆ ਹੈ ਕਿ ਸਾਡਾ ਸੁਨੇਹਾ ਦਿਓ ਕਿ ਜਲਦੀ ਹੀ ਵਾਪਸ ਘਰ ਆ ਜਾਣਾ। ਮਾਤੁਲ ਲਾਲਤ ਚਾਲਤ ਹੈ, ਬਚ ਪਾਲਤ ਹੈ, ਜਿਮ ਭਾਖ ਸੁਣਾਵੈ। ਤੇ ਫਿਰ ਜਿਵੇਂ ਹੀ ਸੁਨੇਹਾ ਮਿਲਿਆ, ਨਾਲ ਮਾਮਾ ਕਿਰਪਾਲ ਚੰਦ ਜੀ ਨੇ ਸੁਨੇਹਾ ਮਿਲਦਿਆਂ ਹੀ ਨਾ ਫਿਰ ਉਹ ਜਿਹੜੀ ਖੇਡ ਚੱਲ ਰਹੀ ਸੀ ਉਹਨੂੰ ਉੱਥੇ ਵਿਸ਼ਰਾਮ ਦੇ ਦਿੱਤਾ, ਰੋਕ ਦਿੱਤਾ। ਫਿਰ ਬੜੇ ਹੀ ਉਲਾਸ ਦੇ ਅੰਦਰ ਆਪਣੇ ਮਾਮਾ ਜੀ ਦੇ ਨਾਲ ਵਾਪਸ ਘਰ ਵੱਲ ਨੂੰ ਮੁੜ ਪਏ ਨੇ। ਤੇ ਇੱਦਾਂ ਜਿਵੇਂ ਬੱਚੇ ਹੱਸਦੇ ਹੋਏ ਬੜੀ ਮੌਜ ਦੇ ਵਿੱਚ ਖੇਡਦੇ ਹੋਏ, ਬਹੁ ਪਾਲਤ ਹੈ ਜਿਮ ਭਾਗ ਸੁਣਾਵ, ਜਿਵੇਂ ਜਿਵੇਂ ਖੇਡ ਰਹੇ ਸਨ ਉਹ ਸਾਰੀਆਂ ਬਾਤਾਂ ਕਰਦੇ ਹੋਏ ਵਾਪਸ ਪਰਤ ਰਹੇ ਹਨ। ਸੇਵਕ ਕੇਰ ਸਿਕੰਦ ਅਰੂੜ ਪਿਖੈ ਪੁਰ ਬੀਥਕਾ ਤੇ ਹੁਸਾਵੈ। ਸੇਵਕ ਜਿਹੜੇ ਹਨ, ਸੇਵਕ ਕੇਰ ਸਿਕੰਦ ਅਰੂੜ। ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਹਨ ਕਿ ਜਿਵੇਂ ਲਾਲ ਗੋਬਿੰਦ ਰਾਏ ਜੀ ਜਦੋਂ ਚੱਲਦੇ ਹਨ ਆਪਣੀ ਮੌਜ ਦੇ ਵਿੱਚ, ਤੇ ਕਈ ਵਾਰ ਉਹ ਪੈਦਲ ਵੀ ਸਫ਼ਰ ਕਰ ਲੈਂਦੇ ਨੇ, ਨਹੀਂ ਤਾਂ ਕਈ ਵਾਰ ਜਿਤਨੇ ਸਤਿਗੁਰੂ ਜੀ ਕੇ ਖਿਡਾਵੇ ਸਿੱਖ ਹਨ ਸੇਵਾ ਕਰਦੇ ਨੇ। ਤੇ ਉਹ ਸੇਵਾ ਕਿਵੇਂ ਕਰਦੇ ਨੇ ਕਿ ਲਾਲ ਗੋਬਿੰਦ ਰਾਏ ਜੀ ਹੋਰਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਲੈਂਦੇ ਨੇ। ਜਿਵੇਂ ਪੁਰਾਣੇ ਸਮੇਂ ਦੇ ਵਿੱਚ ਆਪਾਂ ਵੇਖਦੇ ਸਨ ਅਕਸਰ ਜਦੋਂ ਕਿਤੇ ਦੂਰ ਜਾਣਾ ਹੁੰਦਾ ਤੇ ਜਿਹੜੇ ਮਾਪਿਓ ਹੁੰਦੇ ਸਨ ਜਾਂ ਹੋਰ ਸੰਬੰਧੀ, ਉਹਨਾਂ ਨੇ ਛੋਟੇ ਬੱਚਿਆਂ ਨੂੰ ਆਪਣੇ ਮੋਢੇ ਦੇ ਉੱਪਰ ਕੰਧਾੜੇ ਤੇ ਚੁੱਕ ਲੈਣਾ, ਕਿਉਂਕਿ ਉਹ ਬਹੁਤਾ ਸਫ਼ਰ ਕਰਨ ਕਰਕੇ ਜਲਦੀ ਥੱਕ ਜਾਂਦੇ ਨੇ, ਉਹਨਾਂ ਦੀ ਸਰੀਰ ਦੀ ਸਮਰੱਥਾ ਇਤਨੀ ਨਹੀਂ ਹੁੰਦੀ। ਇਸ ਕਰਕੇ ਲਾਲ ਜੀ ਖੇਡਦੇ ਨੇ, ਸਰੀਰ ਉੱਥੇ ਵੀ ਥੱਕਦਾ ਹੈ। ਵਾਪਸ ਫਿਰ ਜਿਹੜੇ ਸੇਵਕ ਨੇ ਉਹ ਕਈ ਵਾਰ ਉਹਨਾਂ ਨੂੰ ਆਪਣੇ ਮੋਢਿਆਂ ਦੇ ਉੱਪਰ ਕੰਧਾੜੇ ਚੁੱਕ ਕਰਕੇ ਵੀ ਵਾਪਸ ਲੈ ਆਉਂਦੇ ਸਨ। ਸੋ ਇੱਥੇ ਵੀ ਸੇਵਕ ਨੇ ਬੇਨਤੀ ਕੀਤੀ ਹੈ ਕਿ ਲਾਲ ਜੀ, ਜੇ ਸਰੀਰ ਥਕਾਵਟ ਵਿੱਚ ਹੈ ਤੇ ਅਸੀਂ ਤੁਹਾਨੂੰ ਇੱਦਾਂ ਆਪਣੇ ਕੰਧੇ ਤੇ ਚੱਕ ਕਰਕੇ ਘਰ ਲੈ ਜਾਂਦੇ ਹਾਂ ਜੀ। ਤਾਹੇ ਭਲਾਏ ਫੰਦਾਵਤ ਹੈ, ਉਛਲੰਤ ਉਤੰਗ ਤੁਰੰਗ ਜਿਉ ਜਾਵੈ। ਲੇਕਿਨ ਫਿਰ ਵੀ ਸਤਿਗੁਰੂ ਜੀ ਆਪਣੀ ਮੌਜ ਦੇ ਵਿੱਚ ਉਸੇ ਤਰ੍ਹਾਂ ਹੀ ਜਿਵੇਂ ਖੇਡਦੇ ਹੱਸਦੇ, ਜਿਵੇਂ ਉਹ ਸਾਰਾ ਕੌਤਕ ਵਰਤਾਉਂਦੇ ਹੋਏ ਗੰਗਾ ਤੱਟ ਵੱਲ ਗਏ ਸਨ, ਉਸੇ ਤਰ੍ਹਾਂ ਹੀ ਖੇਡਦੇ ਹੋਏ ਹੱਸਦੇ ਹੋਏ ਆਪਣੀ ਮੌਜ ਦੇ ਵਿੱਚ ਹਾਣੀਆਂ ਦੇ ਵਿੱਚ ਵਾਪਸ ਪਰਤੇ ਹਨ। ਧਾਮ ਬਰੇ ਸੁਖ ਧਾਮ ਪ੍ਰਭੂ, ਜਿਸ ਨਾਮ ਜਪੈ ਜਨ ਮੋਖ ਕੋ ਪਾਵੈ। ਤੇ ਭਾਈ ਸੰਤੋਖ ਸਿੰਘ ਜੀ ਇੱਥੇ ਜ਼ਿਕਰ ਕਰਦੇ ਹਨ, ਧਾਮ ਬਰੇ ਸੁਖ ਧਾਮ ਪ੍ਰਭੂ। ਧਾਮ ਤੋਂ ਭਾਵ ਆਪਣੇ ਨਿੱਜੀ ਘਰ ਵਿੱਚ, ਪਟਨਾ ਸਾਹਿਬ ਦੀ ਉਹ ਪਵਿੱਤਰ ਧਰਤੀ ਜਿਸ ਥਾਂ ਤੇ ਸਤਿਗੁਰੂ ਜੀ ਦਾ ਅਵਤਾਰ ਹੋਇਆ, ਅੱਜ ਉੱਥੇ ਗੁਰਦੁਆਰਾ ਤਖਤ ਸ੍ਰੀ ਹਰਿਮੰਦਰ ਸੁਭਾਇਮਾਨ ਹੈ। ਸੋ ਸਤਿਗੁਰੂ ਆਪਣੇ ਨਿੱਜੀ ਘਰ ਵਿੱਚ ਆ ਗਏ। ਅੱਗੇ ਸ਼ਬਦ ਵਰਤਿਆ ਸੁਖ ਧਾਮ। ਸੁਖ ਧਾਮ ਤੋਂ ਭਾਵ ਆਪ ਵੀ ਨਿੱਜ ਘਰ ਦੇ ਮਾਲਕ ਹਨ, ਆਪ ਵੀ ਸੁੱਖਾਂ ਦੇ ਘਰ ਦੇ ਦਾਤੇ ਹਨ, ਤੇ ਉਸ ਘਰ ਵਿੱਚ ਆ ਕਰਕੇ ਬੈਠ ਗਏ ਹਨ। ਜਿਸ ਨਾਮ ਜਪੇ ਮਨ ਮੋਖ ਸੋ ਪਾਵੈ। ਜਿਨ੍ਹਾਂ ਦੇ ਨਾਮ ਦਾ ਸਿਮਰਨ ਕੀਤਿਆਂ ਇਹ ਮਨ ਜਿਹੜਾ ਹੈ ਮੁਕਤੀ ਮੋਕਸ਼ ਪ੍ਰਾਪਤ ਕਰ ਲੈਂਦਾ ਹੈ ਜੀ। ਸ਼੍ਰੀ ਗੁਜਰੀ ਉਠ ਗੋਦ ਲਿਏ, ਮਨ ਮੋਦ ਕੀਏ ਸੁਤ ਲਾਲਤ ਹੈ। ਹੁਣ ਜਿਸ ਵਕਤ ਲਾਲ ਜੀ ਅੱਜ ਗੰਗਾ ਦੇ ਤੱਟ ਤੇ ਖੇਡ ਕੇ ਜਾਂ ਜਲ ਦੇ ਵਿੱਚ ਬੇੜੀ ਤੇ ਸੈਰ ਕਰਕੇ ਵਾਪਸ ਆਏ ਹਨ, ਘਰ ਆਉਂਦਿਆਂ ਹੀ ਮਾਤਾ ਗੁਜਰੀ ਜੀਆਂ ਨੇ ਬੜੇ ਪਿਆਰ ਸਹਿਤ ਲਾਲ ਜੀ ਹੋਰਾਂ ਨੂੰ ਆਪਣੀ ਗੋਦ ਵਿੱਚ ਲਿਆ, ਤੇ ਜਿਵੇਂ ਮਾਂ ਬੱਚੇ ਨੂੰ ਕੁੱਛੜ ਲੈ ਕਰਕੇ ਇੱਕ ਦੁਲਾਰ ਕਰਦੀ ਹੈ, ਉਹਦਾ ਮੱਥਾ ਚੁੰਮਦੀ ਹੈ, ਉਹਨੂੰ ਸੀਨੇ ਨਾਲ ਲਾਉਂਦੀ ਹੈ, ਪਿਆਰ ਕਰਦੀ ਹੈ। ਸੋ ਇਸ ਵਿਦ ਮਨ ਮੋਦ ਕੀਏ ਸੁਤ ਲਾਲਤ ਹੈ। ਪਿਆਰ ਦੇ ਵਿੱਚ ਆ ਕਰਕੇ ਨਾ ਮਾਤਾ ਜੀਆਂ ਨੇ ਇੱਦਾਂ ਆਪਣੇ ਸਾਹਿਬਜ਼ਾਦੇ ਨੂੰ ਲਾਲ ਗੋਬਿੰਦ ਰਾਏ ਜੀ ਹੋਰਾਂ ਨੂੰ ਬੇਅੰਤ ਪਿਆਰ ਬਖਸ਼ਿਆ ਹੈ ਜੀ। ਸੂੰਗਤ ਮਾਥ ਪਲੋਸਤ ਹਾਥ, ਸਨੇ ਕੇ ਸਾਥ ਨਿਹਾਲਤ ਹੈ। ਸੁੰਗਤ ਮਾਤ, ਮੱਥੇ ਨੂੰ ਜਿਵੇਂ ਮੁੱਖ ਲਾ ਕਰਕੇ ਤੇ ਉਹਨੂੰ ਚੁੰਮਣਾ, ਫਿਰ ਹੱਥ ਦੇ ਨਾਲ ਮਾਤਾਵਾਂ ਅਕਸਰ ਬੱਚਿਆਂ ਦੇ ਸੀਸ ਤੇ ਹੱਥ ਫੇਰ ਕੇ ਸਿਰ ਮੂੰਡ ਪਲੋਸਦੀਆਂ ਹਨ, ਪਿਆਰ ਨਾਲ ਉਹਨਾਂ ਨੂੰ ਬੜੇ ਭਾਵਨਾ ਦੇ ਨਾਲ ਉਹਨਾਂ ਨੂੰ ਪਿਆਰ ਦਿੰਦੀਆਂ ਹਨ। ਨਾਲ ਹੀ ਉਸਨੇ ਹਾਥ ਨਿਹਾਲਤ ਹੈ, ਫਿਰ ਸਹਿਜੇ ਸਹਿਜੇ ਉਹਨਾਂ ਦੇ ਸਰੀਰ ਦੇ ਉੱਪਰ ਆਪਣੇ ਹੱਥ ਦੇ ਨਾਲ ਪਲੋਸਣਾ, ਪਿਆਰ ਕਰਨਾ। ਇਸ ਵਿਦ ਮਾਤਾ ਜੀ ਇਹ ਸਨੇਹ ਕਰ ਰਹੇ ਹਨ। ਪਾ ਚਿਰਕਾਲ ਲਿਏ ਗਨਬਾਲ, ਨਦੀ ਜੈ ਜਾਲ ਹੀ ਚਾਲਤ ਹੈ। ਤੇ ਨਾਲ ਇਹ ਕਹਿ ਰਹੇ ਸਨ ਵੀ ਬਹੁਤ ਸਮਾਂ ਅੱਜ ਤੁਸੀਂ ਉੱਥੇ ਬਿਤਾ ਕਰਕੇ ਆਏ ਹੋ, ਨਾਲ ਤੁਸੀਂ ਆਪਣੇ ਹਾਣੀਆਂ ਨੂੰ ਬੱਚਿਆਂ ਨੂੰ ਨਾਲ ਲੈ ਕਰਕੇ
ਤੇ ਬੇਅੰਤ ਵੱਡੀ ਗੰਗਾ ਨਦੀ ਦੇ ਕਿਨਾਰੇ ਤੇ ਕੀ ਖੇਡਾਂ ਖੇਡ ਕਰਕੇ ਆਏ ਹੋ ਜੀ। ਨੀਕ ਨਾ ਸੋ ਰਮਨੀਕ ਰਹੋ ਕਰ ਖੇਲੋ ਸੀਖ ਸਿਖਾਲਤ ਹੈ। ਤੇ ਮਾਤਾ ਜੀ ਕਹਿਣ ਲੱਗੇ ਨੀਕ ਨਾ ਸੋ ਵੀ ਅਜੇ ਤੁਹਾਨੂੰ ਉਸ ਥਾਂ ਤੇ ਜਾ ਕਰਕੇ ਇਦਾਂ ਖੇਡਾਂ ਖੇਡਣਾ ਜਾਇਜ਼ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਅਜੇ ਆਰਵਲਾ ਬਹੁਤ ਛੋਟੀ ਹੈ, ਅਜੇ ਉਮਰ ਬਹੁਤ ਛੋਟੀ ਹੈ ਤੇ ਛੋਟੀ ਉਮਰ ਦੇ ਜਿਹੜੇ ਬੱਚੇ ਹੁੰਦੇ ਨੇ ਅਕਸਰ ਉਹਨਾਂ ਨੂੰ ਘਰਾਂ ਵਿੱਚ ਹੀ ਖੇਡਣਾ ਸ਼ੋਭਦਾ ਹੁੰਦਾ। ਇੱਦਾਂ ਦਰਿਆਵਾਂ ਦੇ ਕੰਢਿਆਂ ਤੇ ਜਾ ਕੇ ਡੂੰਘੇ ਪਾਣੀਆਂ ਦੇ ਵਿੱਚ ਮੇੜੀਆਂ ਤੇ ਤਰਨਾ ਜਾਂ ਕੰਢਿਆਂ ਤੇ ਬਾਹਰ ਜਾ ਕੇ ਖੇਡਾਂ ਖੇਡਣੀਆਂ ਇਹ ਛੋਟੇ ਆਰਬਲਾ ਦੇ ਵਿੱਚ ਤੁਹਾਡੇ ਲਈ ਠੀਕ ਲਈ ਨੇ। ਇਸ ਲਈ ਰਮਣੀਕ ਰਹੋ ਘਰ, ਇੱਥੇ ਹੀ ਤੁਹਾਡੇ ਲਈ ਸਭ ਕੁਝ ਹਾਜ਼ਰ ਹੈ, ਤੁਸੀਂ ਇੱਥੇ ਹੀ ਖੇਡ ਲਿਆ ਕਰੋ। ਤੇ ਇਸ ਵਿਧ ਮਾਤਾ ਜੀ ਨਾਲ ਤੇ ਪਿਆਰ ਕਰ ਰਹੇ ਸਨ ਤੇ ਨਾਲ ਹੀ ਇਹ ਸਿੱਖਿਆ ਦੇ ਰਹੇ ਸਨ। ਮਾਤ ਸੋ ਬਾਤ ਕਹਿ ਜੁਤ ਚਾਉ ਅਰੂੜ ਪਏ ਨਵਕਾ ਪਰ ਜਾਈ। ਲੇਕਿਨ ਲਾਲ ਗੋਬਿੰਦ ਰਾਏ ਜੀ ਨੇ ਜਿਸ ਵਕਤ ਮਾਤਾ ਜੀ ਦੇ ਬਚਨ ਸੁਨੇ ਹਨ, ਫਿਰ ਉਹਨਾਂ ਨੇ ਅੱਗੋਂ ਜਵਾਬ ਦੇ ਵਿੱਚ ਮਾਤਾ ਜੀ ਨੂੰ ਕਿਹਾ ਵੀ ਅੱਜ ਤੇ ਉਸ ਸਥਾਨ ਤੇ ਬਹੁਤ ਆਨੰਦ ਆਇਆ ਹੈ, ਜਿਸ ਸਥਾਨ ਤੇ ਅਸੀਂ ਖੇਡ ਕਰਕੇ ਆਏ ਹਾਂ। ਗੰਗਾ ਦੇ ਤੱਟ ਤੇ ਵੀ ਖੇਡੇ ਹਾਂ ਤੇ ਗੰਗਾ ਦੇ ਵਿੱਚ ਵੀ ਸੈਰ ਕੀਤੀ ਹੈ। ਉੱਥੇ ਅੱਜ ਬਹੁਤ ਆਨੰਦ ਪ੍ਰਾਪਤ ਹੋਇਆ ਹੈ। ਅਰੂੜ ਪਏ ਨਵਕਾ ਪਰ ਜਾਈ, ਅਸੀਂ ਜਾ ਕਰਕੇ ਉੱਥੇ ਬੇੜੀ ਤੇ ਚੜੇ, ਉਹਦੇ ਉੱਪਰ ਸੈਰ ਕੀਤੀ, ਡੂੰਘੇ ਪਾਣੀ ਵਿੱਚ ਵੀ ਗਏ, ਹੋਰ ਥਾਵਾਂ ਤੇ ਵੀ ਗਏ, ਮਲਾਹ ਸਾਡੇ ਨਾਲ ਸੀ। ਸੋ ਜਿਸ ਢੰਗ ਦੇ ਨਾਲ ਅੱਜ ਉੱਥੇ ਖੇਡ ਦੇ ਵਿੱਚ ਆਨੰਦ ਆਇਆ ਹੈ ਉਹ ਸਾਨੂੰ ਇੱਥੇ ਨਹੀਂ ਸੀ ਆਉਣਾ। ਇਸੇ ਲਈ ਅੱਜ ਅਸੀਂ ਗੰਗਾ ਦੇ ਤੱਟ ਤੇ ਖੇਡਣ ਗਏ ਸਾਂ। ਕੇਵਟ ਨੀਰ ਗੰਭੀਰ ਵਿਖੇ ਪਹੁੰਚਾਏ ਮਹਾਬਲ ਧਾਰ ਤਵਾਈ। ਕੇਵਟ ਜਿਹੜਾ ਮਲਾਹ ਸੀ ਉਹਨੇ ਜਿਸ ਵਕਤ ਆਪਣੀ ਬੇੜੀ ਨੂੰ ਤੋਰਿਆ ਤੇ ਉਸ ਬੇੜੀ ਦੇ ਅੰਦਰ ਅਸੀਂ ਸਵਾਰ ਸਾਬਾ ਪਿੱਛੇ ਪੜਿਆ ਵੀ ਹੈ ਲਾਲ ਗੋਬਿੰਦ ਰਾਏ ਜੀ, ਕੁਝ ਉਹਨਾਂ ਦੇ ਹਾਣੀ ਜਿਹੜੇ ਨਾਲ ਬੱਚੇ ਖੇਡਦੇ ਸਨ ਪਟਨਾਪੁਰ ਵਾਸੀ, ਨਾਲ ਹੀ ਮਾਮਾ ਕਿਰਪਾਲ ਚੰਦ ਜੀ ਇਸ ਬੇੜੀ ਵਿੱਚ ਸਵਾਰ ਨੇ। ਸੋ ਜਿਸ ਵਕਤ ਉਹਨਾਂ ਨੇ ਉਸ ਬੇੜੀ ਨੂੰ ਤੋਰਿਆ, ਕੇਵਟ ਨੀਰ ਗੰਭੀਰ ਵਿਖੇ, ਜਿੱਥੇ ਬਹੁਤ ਡੂੰਘਾ ਪਾਣੀ ਹੈ, ਤੇਜ਼ੀ ਨਾਲ ਵਗਦਾ, ਪਹੁੰਚਾਏ ਮਹਾਬਲ ਧਾਰ ਤਵਾਈ, ਤੇ ਬੜਾ ਜ਼ੋਰ ਲਾ ਕਰਕੇ ਪਹਿਲਾਂ ਉਸ ਪਾਸੇ ਵੱਲ ਨੂੰ ਬੇੜੀ ਠੇਲੀ ਜਿੱਧਰ ਪਾਣੀ ਬਹੁਤ ਗਹਿਰਾ ਵਗਦਾ, ਫਿਰ ਉਸ ਥਾਂ ਤੋਂ ਉਲਟ ਦਿਸ਼ਾ ਵੱਲ ਨੂੰ ਉਹ ਬੇੜੀ ਲੈ ਕਰਕੇ ਆਇਆ ਤੇ ਉਹਦਾ ਬਹੁਤ ਜ਼ੋਰ ਵੀ ਲੱਗਾ ਹੈ ਜੀ। ਦੂਰ ਗਇਓ ਪੁਨ ਲਿਆਇਤ ਭਾਓ ਬੇੜ ਬਗੇ ਧਰੇ ਇਹ ਪੰਤ ਪਰਮਾਈ। ਤੇ ਕਦੇ ਉਹ ਫਿਰ ਉਸੇ ਸਥਾਨ ਤੋਂ ਦੂਰ ਬੇੜੀ ਨੂੰ ਲੈ ਕਰਕੇ ਗਿਆ, ਕਿਉਂਕਿ ਉਹਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਅੱਜ ਦੀ ਤੇਰੀ ਜਿਤਨੀ ਦਿਹਾੜੀ ਹੈ, ਜਿੰਨਾ ਤੇਰਾ ਬਣਦਾ ਹੈ, ਉਹਦੇ ਨਾਲੋਂ ਪਹਿਲਾਂ ਹੀ ਉਹਦੀ ਦਿਹਾੜੀ ਦਾ ਸਾਰਾ ਜਿੰਨਾ ਉਹਦਾ ਖਰਚਾ ਆਦਿ ਕਹਿ ਲਈਏ ਉਹ ਸਭ ਪਹਿਲੇ ਹੀ ਮਹਾਰਾਜ ਜੀ ਨੇ ਅਦਾ ਕਰ ਦਿੱਤਾ। ਤੇ ਉਹਨੂੰ ਕਹਿ ਦਿੱਤਾ ਵੀ ਅੱਜ ਬੇੜੀ ਇਦਾਂ ਚਲਾਉਣੀ ਹੈ ਜਿੱਦਾਂ ਅਸੀਂ ਤੈਨੂੰ ਹੁਕਮ ਕਰੀਏ, ਜਿੱਦਾਂ ਸਾਡੀ ਮੌਜ ਹੋਵੇ। ਸੋ ਫਿਰ ਉਹ ਕਦੇ ਦੂਰ ਲੈ ਕੇ ਗਿਆ, ਕਦੇ ਨੇੜੇ ਲੈ ਕਰਕੇ ਆਇਆ। ਇਸ ਵਿਧ ਗੰਗਾ ਦੇ ਵਿੱਚ ਨਾ ਉਸ ਬੇੜੀ ਦੇ ਉੱਪਰ ਚੜ੍ਹ ਕਰਕੇ ਬਹੁਤ ਵਾਰ ਸੈਰ ਜਿਹੜੀ ਹੈ ਲਾਲ ਗੋਬਿੰਦ ਰਾਏ ਜੀ ਨੇ ਅੱਜ ਜਲ ਦੇ ਵਿੱਚ ਇਹ ਮੌਜ ਮਾਣੀ ਹੈ ਜੀ। ਮੰਦਰ ਤੀਰ ਮਹੀਰੋ ਥੀਰ ਖਰੀ ਨਰ ਪੀਰ ਮਨੋ ਸੋ ਫਿਰਾਈ। ਤੇ ਨਾਲ ਇਹ ਵੀ ਕਹਿ ਰਹੇ ਸਨ ਕਿ ਮਾਤਾ ਜੀ ਜਿਸ ਥਾਂ ਤੇ ਅਸੀਂ ਬੇੜੀ ਤੇ ਸੈਰ ਕਰ ਰਹੇ ਸਨ ਉਸ ਸਥਾਨ ਤੇ ਬਹੁਤ ਸਾਰੇ ਮਨੁੱਖਾਂ ਦੀ ਭੀੜ ਇਕੱਠੀ ਹੋਈ ਸੀ, ਕਿਉਂਕਿ ਗੰਗਾ ਦਾ ਉਹ ਤੱਟ ਹੈ ਜਿੱਥੇ ਸਾਰੇ ਪਟਨੇਪੁਰ ਵਾਸੀ ਜਾਂਦੇ ਨੇ। ਸੋ ਉਸ ਸਥਾਨ ਤੇ ਬਹੁਤ ਸਾਰੀ ਭੀੜ ਹੈ ਜੋ ਉਹ ਸਾਨੂੰ ਨਿਰੰਤਰ ਤੱਕ ਰਹੀ ਸੀ। ਹਰ ਵਕਤ ਉਹ ਸਾਰੇ ਦੇ ਸਾਰੇ ਜਿਤਨਾ ਵੀ ਸਮਾਂ ਮਹਾਰਾਜ ਉਸ ਸਥਾਨ ਤੇ ਖੇਡਦੇ ਰਹੇ ਉਹ ਸਾਰੇ ਇੱਕ ਟਿਕ ਲਾ ਕਰਕੇ ਸਭ ਕੌਤਕ ਵੇਖਦੇ ਰਹੇ। ਤੇ ਮਹਾਰਾਜ ਕਹਿਣ ਲੱਗੇ ਜਦੋਂ ਵੇਖਦੇ ਸਨ ਤੇ ਵੇਖ ਕਰਕੇ ਸਾਨੂੰ ਵੀ ਆਨੰਦ ਆਉਂਦਾ ਸੀ। ਸੋ ਇਸ ਵਿਧ ਅੱਜ ਦੀ ਸਾਰੀ ਜਿਹੜੀ ਖੇਡ ਹੈ ਉਹ ਗੰਗਾ ਦੇ ਜਲ ਅੰਦਰ ਤੇ ਗੰਗਾ ਦੇ ਤੱਟ ਤੇ ਸੰਪੂਰਨ ਹੋਈ ਹੈ। ਰੈਨ ਪਰੀ ਕਰ ਭੋਜਨ ਐਨ ਪਿਓ ਪੈ ਸੈਨ ਕਰੀ ਸੁਖ ਪਾਏ। ਫਿਰ ਇਸੇ ਵਿਧ ਸਾਰਾ ਦਿਨ ਜਿਹੜਾ ਹੈ ਉਹ ਬਤੀਤ ਹੋ ਗਿਆ, ਰਾਤਰੀ ਆ ਗਈ ਹੈ, ਸ਼ਾਮ ਹੋਈ ਹੈ। ਰੈਨ ਪਰੀ ਕਰ ਭੋਜਨ ਐਨ, ਤੇ ਫਿਰ ਜਿਵੇਂ ਆਪਾਂ ਵੇਖਦੇ ਹਾਂ ਨੇਮ ਅਨੁਸਾਰ ਰਾਤਰੀ ਦਾ ਭੋਜਨ ਛਕਣ ਤੋਂ ਉਪਰੰਤ ਫਿਰ ਸਾਰੇ ਹੀ ਆਪਾਂ ਆਰਾਮ ਕਰਦੇ ਹਾਂ। ਇਸ ਵਿਧ ਪੀਓ ਪੈ ਸੈਨ ਕਰੀ ਸੁਖ ਪਾਏ, ਭੋਜਨ ਪ੍ਰਸ਼ਾਦ ਛਕਿਆ, ਦੁੱਧ ਆਦਿਕ ਛਕਿਆ, ਉਸ ਤੋਂ ਉਪਰੰਤ ਫਿਰ ਆਪਣੇ ਸੁਖਾਸਨ ਸਥਾਨ ਤੇ ਲਾਲ ਜੀ ਲੇਟ ਗਏ ਹਨ। ਭੋਰ ਪਈ ਤਜ ਨੀਂਦ ਉਠੇ ਕਰ ਸੋਚ ਸਨਾਨ ਪ੍ਰਿਅੰਕ ਸੁਹਾਏ। ਫਿਰ ਜਿਵੇਂ ਹੀ ਪ੍ਰਭਾਤ ਵੇਲਾ ਅੰਮ੍ਰਿਤ ਵੇਲਾ ਜਿਹਨੂੰ ਅਸੀਂ ਕਹਿੰਦੇ ਆ, ਜਿਵੇਂ ਦਿਨ ਚੜਿਆ ਭੌਰ ਪਈ ਤਜ ਨੀਂਦ ਉਠੇ, ਨੀਂਦ ਤਿਆਗ ਦਿੱਤੀ, ਉੱਠ ਪਏ ਹਨ। ਤੇ ਸਤਿਗੁਰੂ ਜੀ ਕੇ ਜੀਵਨ ਵਿੱਚ ਇਹ ਬੜੀ ਮਹਾਨ ਘਟਨਾ ਸਾਨੂੰ ਵੇਖਣ ਨੂੰ ਮਿਲੇਗੀ।
ਭਾਵੇਂ ਉਹ ਬਚਪਨੇ ਦੇ ਵਿੱਚ ਨੇ, ਜਵਾਨੀ ਵਿੱਚ ਨੇ, ਜਦੋਂ ਵੀ ਜਿਸ ਵੀ ਕੋਈ ਔਖੇ ਥਾਂ ਤੇ ਨੇ, ਸੌਖੇ ਥਾਂ ਤੇ ਨੇ, ਮਹਾਰਾਜ ਨੇ ਕਦੀ ਵੀ ਇਹ ਸਮਾਂ ਆਪਣੇ ਜੀਵਨ 'ਚੋਂ ਖੁੰਝਾਇਆ ਨਹੀਂ ਹੈ। ਇਹ ਸਮਾਂ ਕਦੀ ਵੀ ਉਹਨਾਂ ਨੇ ਟੁੱਟਣ ਨਹੀਂ ਦਿੱਤਾ। ਵੇਖੋ ਇੱਥੇ ਬਾਲਪਣੇ ਵਿੱਚ ਨੇ ਤੇ ਭਾਈ ਸਾਹਿਬ ਜੀ ਨੇ ਲਿਖਿਆ, ਭੌਰ ਭਈ ਤਜ ਨੀਂਦ ਉਠੇ। ਜਿਸ ਵਕਤ ਦਿਨ ਚੜ੍ਹਦਾ ਹੈ ਉਸੇ ਵਕਤ ਅੰਮ੍ਰਿਤ ਵੇਲੇ ਕਹਿ ਲਈਏ, ਉਸੇ ਵਕਤ ਹੀ ਉਹ ਆਪਣੀ ਨੀਂਦ ਤਿਆਗ ਕੇ ਉੱਠ ਕੇ ਕਰ ਸ਼ੌਚ ਇਸ਼ਨਾਨ ਪਰਯੰਕ ਸਥਾਏ। ਉਹ ਸ਼ੌਚ ਇਸ਼ਨਾਨ ਆਦਿ ਕਰਕੇ ਸਰੀਰਿਕ ਕਿਰਿਆ ਸਾਧ ਕੇ ਇਸ਼ਨਾਨ ਪਾਣ ਕਰਕੇ ਤੇ ਆਪਣੇ ਆਸਣ ਤੇ ਸਥਿਤ ਹੋ ਜਾਂਦੇ ਨੇ। ਆਰਬਲਾ ਕਿੰਨੀ ਕੁ ਉਮਰ, ਕੋਈ 2-3 ਵਰ੍ਹਿਆਂ ਦੀ, ਤੇ ਉੱਥੇ ਹੀ ਮਹਾਰਾਜ ਜੀ ਕੇ ਜੀਵਨ ਦੇ ਇਤਿਹਾਸ ਵਿੱਚ ਅਸੀਂ ਵੇਖਾਂਗੇ ਜਦੋਂ ਸਰਸਾ ਨਦੀ ਪਾਰ ਕਰ ਰਹੇ ਸਨ ਤੇ ਉੱਥੇ ਵੀ ਅੰਮ੍ਰਿਤ ਵੇਲਾ ਹੋ ਗਿਆ ਤੇ ਉੱਥੇ ਹੀ ਆਸਣ ਲਾ ਕਰਕੇ ਬੰਦਗੀ ਸ਼ੁਰੂ ਕੀਤੀ ਹੋਈ ਹੈ। ਸੋ ਇਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਪਣੇ ਜੀਵਨ ਵਿੱਚ ਇਸ ਵੇਲੇ ਦੀ ਅਹਿਮੀਅਤ ਨੂੰ ਬਹੁਤ ਦਰਸਾਇਆ। ਸਾਨੂੰ ਸਿੱਖਾਂ ਨੂੰ ਵੀ ਉਪਦੇਸ਼ ਦਿੱਤਾ ਅੰਮ੍ਰਿਤ ਵੇਲੇ ਦਾ, ਤੇ ਆਪ ਵੀ ਉਹਨਾਂ ਨੇ ਬਚਪਨੇ ਤੋਂ ਲੈ ਕਰਕੇ ਜਿੰਨਾ ਸਮਾਂ ਇਸ ਧਰਤੀ ਤੇ ਸਰੀਰ ਕਾਲ ਵਿੱਚ ਵਰਤੇ ਨੇ, ਕਦੀ ਵੀ ਇਸ ਵੇਲੇ ਨੂੰ ਖੁੰਝਣ ਨਹੀਂ ਦਿੱਤਾ। ਨਿਸ਼ਚੈ ਹੀ ਹਰ ਹਾਲਤ ਵਿੱਚ ਇਸ ਵੇਲੇ ਦੀ ਸੰਭਾਲ ਕਰਦੇ ਸਨ। ਇੱਥੇ ਭਾਈ ਸਾਹਿਬ ਜੀਆਂ ਨੇ ਜ਼ਿਕਰ ਕੀਤਾ, ਜਿਵੇਂ ਦਿਨ ਦਾ ਚੜਾਓ ਅੰਮ੍ਰਿਤ ਵੇਲਾ ਹੋਇਆ, ਉੱਠੇ ਇਸ਼ਨਾਨ ਪਾਣ ਕੀਤਾ, ਫਿਰ ਆਪਣੇ ਆਸਣ ਤੇ ਚੌਂਕੜਾ ਲਾ ਕੇ ਬਹਿ ਜਾਂਦੇ ਹਨ। ਸੁੰਦਰ ਚੀਰ ਵਿਭੂਖਨ ਕੰਚਨ, ਮੋਲ ਬੜੇ ਜਨਨੀ ਪਹਿਰਾਏ। ਜਿਵੇਂ ਦਿਨ ਚੜ੍ਹਦਾ ਹੈ, ਮਾਤਾ ਜੀ ਆਪਣੇ ਲਾਲ ਜੀਆਂ ਨੂੰ ਤਿਆਰ ਕਰਦੇ ਹਨ। ਬਹੁਤ ਸੁੰਦਰ ਚੀਰ, ਚੀਰ ਦੇ ਅਖਰੀ ਅਰਥ ਹੁੰਦੇ ਨੇ ਗੁਰਮੁਖੋ ਬਸਤਰ, ਬਹੁਤ ਸੋਹਣੇ ਬਸਤਰ। ਵਿਭੂਖਣ ਕੰਚਨ, ਤੇ ਕੁਝ ਸੋਨੇ ਦੇ ਗਹਿਣੇ ਜਿਵੇਂ ਹੱਥਾਂ ਵਿੱਚ ਪਾਉਂਦੇ, ਮਹਾਰਾਜ ਕੰਗਣ ਪਾ ਲੈਂਦੇ ਸਨ ਜਿਹੜੇ ਗੰਗਾ ਨੂੰ ਭੇਟ ਕੀਤੇ ਲਾ ਕੇ। ਸੋ ਮਾਤਾ ਜੀ ਸ਼ੌਂਕ ਵਜੋਂ ਅਕਸਰ ਬੱਚਿਆਂ ਨੂੰ ਮਾਵਾਂ ਪਾ ਦਿੰਦੀਆਂ ਨੇ, ਮਾਤਾ ਜੀ ਵੀ ਪਾ ਦਿੰਦੇ ਸਨ। ਸੋ ਮੈਲ ਬੜੇ ਮੋਲ ਬੜੇ ਜਨਨੀ ਪਹਿਰਾਏ। ਮਾਤਾ ਜੀ ਨੇ ਬੇਸ਼ਕੀਮਤੀ ਬਸਤਰ ਤੇ ਬੇਸ਼ਕੀਮਤੀ ਕੰਗਨ ਆਦਿਕ ਪਾ ਕਰਕੇ ਲਾਲ ਜੀਆਂ ਨੂੰ ਅੱਜ ਫਿਰ ਤਿਆਰ ਕੀਤਾ ਹੈ। ਸ਼ਾਹੂ ਤਨੀਨ ਕੋ ਆਏ ਸਪੂਤ, ਨਮੋ ਕਰ ਹੋਏ ਮਿਲੈ ਸਮੁਧਾਏ। ਤੇ ਅੱਜ ਅਗਲੇ ਦਿਨ ਜਿਸ ਵਕਤ ਲਾਲ ਜੀ ਤਿਆਰ ਹੋ ਕਰਕੇ ਭਰੇ ਦੀਵਾਨ ਵਿੱਚ ਆਉਂਦੇ ਹਨ, ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਤਾਂ ਇਸ ਸਥਾਨ ਤੇ ਹੈ ਨਹੀਂ। ਹੁਣ ਪਿੱਛੇ ਗੁਰੂ ਘਰ ਦੀ ਜੋ ਵੀ ਬਖਸ਼ਿਸ਼ ਹੈ ਉਹ ਸਾਰੀ ਹੁਣ ਲਾਲ ਗੋਬਿੰਦ ਰਾਏ ਜੀ ਆਪ ਇਹ ਵਰਤ ਰਹੇ ਨੇ, ਆਪ ਹੀ ਸਾਂਭ ਰਹੇ ਨੇ। ਹਾਲਾਂਕਿ ਆਰਬਲਾ ਜੇ ਛੋਟੀ ਹੈ, ਉਮਰ ਛੋਟੀ ਹੈ। ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ, ਸ਼ਾਹੂ ਧਨੀਨ ਕੋ ਆਏ ਸਪੂਤ। ਸ਼ਾਹ ਮਤਲਬ ਸ਼ਾਹੂਕਾਰਾਂ ਦੇ, ਕਿਉਂਕਿ ਪਟਨੇ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ। ਪਟਨੇ ਦੀ ਧਰਤੀ ਐਸੀ ਧਰਤੀ ਹੈ ਜਿੱਥੇ ਸਾਲਸਰਾਏ ਵਰਗੇ ਜੌਹਰੀ ਵੀ ਰਹਿੰਦੇ ਨੇ। ਜਿਸ ਵਕਤ ਗੁਰੂ ਨਾਨਕ ਸਾਹਿਬ ਗਏ ਸਨ ਨਾ, ਸਾਲਸਰਾਏ ਤੋਂ ਜੌਹਰੀ ਜਿਹੜਾ ਸੀ ਇੱਥੇ ਹੀ ਮਿਲਿਆ ਸੀ। ਹੀਰਿਆਂ ਦੇ ਮੋਤੀਆਂ ਦੇ ਵਪਾਰ ਕਰਨ ਵਾਲੇ ਸੁਨਾਰ ਮਨੁੱਖ। ਸੋ ਇਹ ਬਹੁਤ ਇਸ ਸਥਾਨ ਤੇ ਪਰਿਵਾਰ ਵਸਦੇ ਨੇ ਤੇ ਬਹੁਤ ਧਨਾੜ ਮਨੁੱਖ ਨੇ ਇਸ ਦੇਸ਼ ਅੰਦਰ, ਬਹੁਤ ਧਨਾੜ, ਅਤਿਅੰਤ ਵੱਡੇ ਵੱਡੇ ਮਨੁੱਖ। ਜਿਸ ਵਕਤ ਮਹਾਰਾਜ ਤਿਆਰ ਹੋ ਕਰਕੇ ਆਪਣੇ ਦੀਵਾਨ ਅੰਦਰ ਆਏ, ਕੁਝ ਸ਼ਾਹੂਕਾਰਾਂ ਦੇ ਪੁੱਤਰ ਨੇ। ਸ਼ਾਹੂ ਧਨੀਨ ਕੋ ਆਏ ਸਪੂਤ, ਸ਼ਾਹੂਕਾਰਾਂ ਦੇ ਬੱਚੇ ਨੇ ਜਿਹੜੇ ਕਿ ਇਸੇ ਤਰ੍ਹਾਂ ਤਿਆਰ ਹੋ ਕਰਕੇ ਮਹਾਰਾਜ ਜੀ ਕੇ ਘਰ ਅੰਦਰ ਆਏ ਹਨ। ਨਮੋ ਕਰ ਹੋਏ ਮਿਲੈ ਸਮੁਦਾਏ, ਆ ਕਰਕੇ ਪ੍ਰਥਮ ਲਾਲ ਗੋਬਿੰਦ ਰਾਏ ਜੀਆਂ ਨੂੰ ਨਮਸਕਾਰ ਕੀਤੀ ਹੈ ਤੇ ਬੜੇ ਪਿਆਰ ਸਹਿਤ ਮਿਲੇ ਹਨ। ਭਾਂਤ ਅਨੇਕਨ ਖੇਲਨ ਖੇਲਤ, ਬੋਲਤ ਡੋਲਤ ਮੰਦਰ ਮਾਹੀ। ਫਿਰ ਉਸੇ ਤਰ੍ਹਾਂ ਰੋਜ਼ਾਨਾ ਅਨੁਸਾਰ ਥੋੜਾ ਜਿਹਾ ਸਮਾਂ ਜਿਵੇਂ ਲਾਲ ਜੀ ਖੇਡਦੇ ਸਨ, ਭਾਂਤ ਅਨੇਕਨ, ਅਨੇਕਾਂ ਤਰੀਕਿਆਂ ਦੇ ਨਾਲ, ਕਿਉਂਕਿ ਬਹੁਤ ਖੇਡਾਂ ਨੇ ਮਹਾਰਾਜ ਜੀ ਕੇ ਜੀਵਨ ਦੇ ਅੰਦਰ ਜੋ ਸਾਨੂੰ ਇਤਿਹਾਸ ਵਿੱਚ ਵੇਖਣ ਨੂੰ ਮਿਲਦੀਆਂ ਨੇ। ਸੁਹਾਣੀਆਂ ਦੇ ਨਾਲ ਫਿਰ ਬੜੇ ਹੀ ਤਰੀਕਿਆਂ ਦੇ ਨਾਲ ਖੇਲਦੇ ਹਨ, ਮਿੱਠੇ ਬੋਲ ਬੋਲਦੇ ਹਨ, ਆਪਸ ਵਿੱਚ ਵਿਚਰਦੇ ਹਨ ਜੀ। ਏਕ ਬਿਰਦਾ ਕਰ ਪਾਸ ਪਰੋਸਨ, ਜਾਏ ਖਿਜਾਵਤ ਹੈ ਕਰ ਤਾਹੀ। ਤੇ ਇੱਥੇ ਹੀ ਨਾ ਭਾਈ ਸਾਹਿਬ ਜੀ ਨੇ ਇੱਕ ਜ਼ਿਕਰ ਕੀਤਾ ਹੈ ਕਿ ਜਿਸ ਸਥਾਨ ਤੇ ਲਾਲ ਗੋਬਿੰਦ ਰਾਏ ਜੀ ਵਿਚਰਦੇ ਨੇ, ਭਾਵ ਜਿਸ ਸਥਾਨ ਤੇ ਸਤਿਗੁਰੂ ਜੀ ਦਾ ਘਰ ਹੈ, ਤੇ ਸਤਿਗੁਰੂ ਜੀ ਕੇ ਘਰ ਦੇ ਨਾਲ ਲੱਗਦੇ ਹੀ ਇੱਕ ਬਿਰਧ ਇਸਤਰੀ, ਇੱਕ ਬਿਰਧ ਮਾਤਾ ਜਿਹੜੀ ਹੈ ਉਹਦਾ ਘਰ ਹੈ। ਤੇ ਕਦੇ ਕਦੇ ਨਾ ਲਾਲ ਜੀ ਆਪਣੀ ਮੌਜ ਦੇ ਵਿੱਚ ਨਾ ਉਸ ਘਰ ਵਿੱਚ ਵੀ ਜਾ ਪਹੁੰਚਦੇ ਹਨ, ਕਿਉਂਕਿ ਪਟਨੇ ਦੀ ਧਰਤੀ ਦੀ ਐਸੀ ਬਖਸ਼ਿਸ਼ ਸੀ। ਮਹਾਰਾਜ ਜੀ ਜਦੋਂ ਕਿਤੇ ਜਿਸ ਦੀ ਵੀ ਮੌਜ ਆਈ ਉਧਰ ਨੂੰ ਹੀ ਚਲੇ ਜਾਂਦੇ ਸਨ। ਕਦੇ ਕੋਈ ਕਿਸੇ ਨੇ ਬੰਦਸ਼ ਨਹੀਂ ਸੀ, ਕਿਸੇ ਨੇ ਕੋਈ ਕਿੰਤੂ ਪਰੰਤੂ ਨਹੀਂ ਕੀਤੀ, ਕਿਉਂਕਿ ਸਭ ਦਾ ਪਿਆਰ ਸੀ ਮਹਾਰਾਜ ਜੀ ਦੇ ਨਾਲ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜ਼ਿਕਰ ਕਰਦੇ ਨੇ, ਏਕ ਬਿਰਦਾ ਕਰ ਪਾਸ ਪਰੋਸਨ। ਮਹਾਰਾਜ ਜੀ ਕੇ ਘਰ ਦੇ ਨਾਲ ਐਨ ਬਿਲਕੁਲ ਨਾਲ, ਇਉਂ ਕਹਿ ਲਈਏ ਵੀ ਸਾਂਝਾ ਘਰ, ਜਿਵੇਂ ਦੂਜੇ ਪਾਸੇ ਆਪਾਂ ਵੇਖਦੇ ਹਾਂ ਪੜੋਸ ਹੁੰਦਾ ਹੈ,
ਇਦਾਂ ਹੀ ਇੱਕ ਘਰ ਹੈ ਜਿਹਦੇ ਅੰਦਰ ਇੱਕ ਬਿਰਧ ਮਾਤਾ ਰਹਿੰਦੀ ਹੈ। ਸਰੀਰ ਕਰਕੇ ਅਰਬਲਾ ਕਰਕੇ ਉਹ ਬਿਰਧ ਨੇ, ਲੇਕਿਨ ਕਦੇ ਕਦੇ ਲਾਲ ਜੀ ਆਪਣੀ ਮੌਜ ਦੇ ਵਿੱਚ ਹਾਣੀਆਂ ਨੂੰ ਲੈ ਕਰਕੇ ਤੇ ਮਾਤਾ ਪਾਸ ਚਲੇ ਜਾਂਦੇ ਨੇ। ਜਦੋਂ ਮਾਤਾ ਪਾਸ ਘਰ ਵਿੱਚ ਜਾਂਦੇ ਆ ਤੇ ਫਿਰ ਕੋਈ ਮੌਜ ਹੁੰਦੀ ਹੈ ਤੇ ਉਹਨਾਂ ਨੂੰ ਖਿਜਾਉਣਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਨੂੰ ਜਿਵੇਂ ਕਈ ਵਾਰ ਬੱਚੇ ਅਕਸਰ ਮਾਤਾਵਾਂ ਨੂੰ ਤੰਗ ਕਰਦੇ ਨੇ ਨਾ, ਵਾਰ-ਵਾਰ ਇੱਕੋ ਹੀ ਕੰਮ ਜਿੱਧਰੋਂ ਹਟਕਣ ਉਹਨਾਂ ਨੇ ਉਹੀ ਕਰਨਾ ਹੁੰਦਾ। ਸੋ ਇਸ ਵਿਧਨਾ ਕਦੇ ਕਦੇ ਆਪਣੀ ਮੌਜ ਵਿੱਚ ਆ ਕਰਕੇ ਉਸ ਬਿਰਧ ਮਾਤਾ ਪਾਸ ਜਾ ਕਰਕੇ ਉਹਨਾਂ ਨੂੰ ਬਹੁਤ ਖਿਜਾਉਂਦੇ ਸਨ। ਆਂਖ ਬਚਾਏ ਲਿਜਾਵਤ ਕਾਤਨੀ ਤੁਲ ਰੋ ਸੂਜੇ ਪਾਹੀ। ਖਿਜਾਉਂਦੇ ਕਿਵੇਂ ਨੇ? ਕਿਉਂਕਿ ਉਹ ਜਿਹੜੀ ਬਿਰਧ ਮਾਤਾ ਹੈ ਨਾ, ਉਹ ਆਪਣੇ ਘਰ ਵਿੱਚ ਸੂਤ ਨੂੰ ਕੱਤਣ ਦਾ ਕਾਰਜ ਕਰਦੀ ਹੈ। ਸੂਤ ਕੱਤਦੀ ਹੈ, ਸੂਤ ਨੂੰ ਕੱਤ ਕੇ ਤੇ ਉਹਦੇ ਉਹ ਸੂਤਰ ਜਿਹੜਾ ਹੈ ਨਾ ਤਿਆਰ ਕਰਦੀ ਹੈ। ਲੇਕਿਨ ਲਾਲ ਜੀ ਕੀ ਕਰਦੇ ਨੇ? ਆਪਣੇ ਹਾਣੀਆਂ ਨੂੰ ਨਾਲ ਲੈਂਦੇ ਨੇ ਤੇ ਮਾਤਾ ਜੀ ਦੇ ਪਾਸ ਜਾ ਕਰਕੇ ਤੇ ਉਹ ਸੂਤ ਕੱਤਣ ਵਾਲਾ ਜਿਹੜਾ ਤੁਲ ਹੈ, ਜਿਹਦੇ ਤੇ ਲਾ ਕਰਕੇ ਸੂਤ ਕੱਤਿਆ ਜਾਂਦਾ ਹੈ, ਉਹਨੂੰ ਨਾਲ ਲੈ ਕਰਕੇ ਤੇ ਉਹ ਚੁੱਕ ਕੇ ਵਾਪਸ ਆ ਜਾਂਦੇ। ਮਾਤਾ ਜੀ ਨੂੰ ਬਿਨਾਂ ਪਤਾ ਲੱਗੇ ਹੌਲੀ ਜਿਹਾ ਉਹ ਜਿਹੜਾ ਸੂਤ ਕਾਤਨੀ ਜਿਹਨੂੰ ਕਿਹਾ ਜਾਂਦਾ ਹੈ, ਉਹ ਯੰਤਰ ਜਿਹੜਾ ਹੈ ਉਹਨੂੰ ਲੈ ਕਰਕੇ ਤੇ ਉੱਥੋਂ ਵਾਪਸ ਆਪਣੇ ਘਰ ਆ ਜਾਂਦੇ ਨੇ। ਉਹਨਾਂ ਨੂੰ ਪਤਾ ਨਹੀਂ ਲੱਗਦਾ। ਫਿਰ ਜਿਸ ਵਕਤ ਉਹਨਾਂ ਨੂੰ ਲੋੜ ਪੈਂਦੀ ਹੈ ਤੇ ਉਹਨੂੰ ਲੱਭਦੇ ਨੇ ਤੇ ਫਿਰ ਉਹ ਮਿਲਦਾ ਨਹੀਂ। ਫਿਰ ਪਤਾ ਲੱਗਦਾ ਵੀ ਬੱਚੇ ਆਏ ਸਨ, ਲਾਲ ਆਏ ਸਨ, ਉਹ ਲੈ ਗਏ ਹੋਣਗੇ। ਫਿਰ ਇੱਦਾਂ ਜਦੋਂ ਇੱਕ ਵਾਰ, ਦੋ ਵਾਰ, ਚਾਰ ਵਾਰ ਹੋਇਆ ਤੇ ਮਾਤਾ ਜੀ ਨੂੰ ਪਤਾ ਲੱਗ ਗਿਆ ਤੇ ਉਹ ਖਿਜਣ ਵੀ ਲੱਗ ਗਿਆ ਵੀ ਇਹ ਜਿਹੜੀ ਸਾਡਾ ਇਹ ਯੰਤਰ ਸੂਤ ਕੱਤਣ ਵਾਲਾ ਹੈ, ਰੋਜ਼ ਇਹਨੂੰ ਚੱਕ ਕਰਕੇ ਲੈ ਜਾਂਦੇ ਹਨ। ਸੋ ਅਵਲੋਕ ਸਪੋਕ ਉਠੈ ਗਏ ਛੂਚਕ ਹਾਥ ਪਰੈ ਪਿਛਵਾਹੀ। ਕਿਉਂਕਿ ਜਦੋਂ ਵੀ ਉਹ ਆਪਣਾ ਇਹ ਕਾਰਜ ਕਰਦੇ ਸਨ, ਕਿਉਂਕਿ ਬਿਰਧ ਮਾਤਾਵਾਂ ਪੁਰਾਣੇ ਸਮੇਂ ਦੇ ਵਿੱਚ ਅਕਸਰ ਬਹੁਤ ਸੂਤ ਕੱਤਦੀਆਂ ਹੁੰਦੀਆਂ ਸਨ। ਸੋ ਜਦੋਂ ਵੀ ਉਹ ਆਪਣੇ ਇਸ ਕਾਰਜ ਵਿੱਚ ਬਹਿੰਦੇ ਸਨ ਤੇ ਉਹਨਾਂ ਨੇ ਫਿਰ ਹੱਥ ਮਾਰਨਾ, ਪਰੰਤੂ ਅੱਗੋਂ ਹੱਥ ਨਾ ਲੱਗਣਾ, ਅੱਗੋਂ ਨੇ ਲੱਭਣਾ ਨਾ। ਫਿਰ ਪਤਾ ਲੱਗਣਾ ਵੀ ਗੋਬਿੰਦ ਰਾਏ ਜੀ ਆਏ ਸਨ, ਉਹ ਲੈ ਗਏ ਹੋਣਗੇ ਚੁੱਕ ਕੇ। ਹੁਣ ਇਹਦਾ ਮਤਲਬ ਅਸੀਂ ਇਹ ਨਹੀਂ ਲਵਾਂਗੇ ਕਿ ਮਹਾਰਾਜ ਇੱਦਾਂ ਸ਼ਰਾਰਤ ਕਰਦੇ ਸਨ, ਕਿਉਂਕਿ ਇਤਿਹਾਸ ਸਾਨੂੰ ਦੱਸਦਾ ਮਹਾਰਾਜ ਜੀ ਨੇ ਜੀਵਨ ਵਿੱਚ ਜਿਹਦੇ ਨਾਲ ਇੱਦਾਂ ਦੀ ਕੋਈ ਖਿਜਾਉਣ ਵਾਲੀ ਵੀ ਕੋਈ ਕਲਾ ਵਰਤਾਈ ਨਾ, ਉਹਦੇ ਪਿੱਛੇ ਵੀ ਬੜੀ ਵੱਡੀ ਰਮਜ਼ ਸੀ, ਉਹਨੂੰ ਵੀ ਬੜੀ ਵੱਡੀ ਕਿਰਪਾ ਵਰਤਾ ਦਿੱਤੀ ਸੀ। ਸੋ ਜਿਸ ਵਕਤ ਉਹ ਬੈਠਦੇ ਹਨ, ਫਿਰ ਉਹ ਆਪਣਾ ਉਹ ਕਾਤਨੀ ਜਿਹੜੀ ਹੈ ਉਹਨੂੰ ਲੱਭਦੇ ਹਨ, ਲੇਕਿਨ ਉਹਨਾਂ ਨੂੰ ਪ੍ਰਾਪਤ ਨਹੀਂ ਹੁੰਦੀ। ਫਿਰ ਉਹ ਖਿੱਚ ਜਾਂਦੇ ਹਨ ਜੀ। ਆਏ ਸਮੀਪ ਪਲਾਏ ਚਲੈ ਤਬ ਜਯੋ ਮਿਲ ਕੇ ਨ ਛੂਵਨ ਪਾਵੈ। ਆਏ ਸਮੀਪ ਮਾਤਾ ਜੀਆਂ ਦੇ ਬਿਰਧ ਮਾਤਾ ਦੇ ਪਾਸ ਆਉਂਦੇ ਹਨ, ਪਲਾਏ ਚਲੈ ਫਿਰ ਲੈ ਕਰਕੇ ਦੌੜ ਜਾਂਦੇ ਹਨ। ਤੇ ਜਿਵੇਂ ਉਹ ਫੜਨ ਦਾ ਕੋਈ ਯਤਨ ਕਰਦੇ ਹਨ, ਉਹ ਬਿਰਧ ਨੇ ਸਰੀਰ ਕਰਕੇ ਫੜੇ ਨਹੀਂ ਜਾਂਦੇ। ਸੋ ਇਸ ਵਿਧਨਾ ਇਹ ਇੱਕ ਸ਼ਰਾਰਤ ਕਹਿ ਲਈਏ ਲਾਲ ਗੋਬਿੰਦ ਰਾਏ ਜੀ ਦੇ ਜੀਵਨ ਦੀ, ਕਿ ਬਿਰਧ ਮਾਤਾ ਜੀਆਂ ਦੇ ਨਾਲ ਕਦੇ ਕਦੇ ਆਪਣੀ ਮੌਜ ਵਿੱਚ ਆ ਕਰਕੇ ਇਦਾਂ ਵਿਚਰਦੇ ਹਨ। ਦੂਰ ਨਾ ਜਾਤ ਨਜੀਕ ਰਹਿ ਇਮ ਜਾਨਤ ਮੈਂ ਕਹਿ ਲਿਓ ਪਲਵਾਵੈ। ਫਿਰ ਕਦੇ ਕਦੇ ਹੱਥ ਵਿੱਚ ਫੜ ਕੇ ਨਾ ਤੇ ਦੂਰ ਨਹੀਂ ਜਾਂਦੇ ਸਨ, ਬਹੁਤਾ ਰਹਿੰਦੇ ਨਜ਼ਦੀਕ ਹੀ ਸਨ, ਪਰੰਤੂ ਇਹ ਕਹਿ ਦਿੰਦੇ ਸਨ ਵੀ ਮਾਂ ਜੀ ਇਉਂ ਕਰੋ, ਤੁਸੀਂ ਸਾਨੂੰ ਫੜ ਲਓ, ਜੇ ਫੜ ਲਓਗੇ ਤੇ ਅਸੀਂ ਤੁਹਾਨੂੰ ਵੀ ਵਾਪਸ ਦੇ ਦੇਵਾਂਗੇ। ਉਹ ਸੂਤ ਕੱਤਣ ਵਾਲਾ ਜਿਹੜਾ ਯੰਤਰ ਹੈ, ਜੇ ਤੁਸੀਂ ਫੜ ਲਓਗੇ ਤੇ ਅਸੀਂ ਤੁਹਾਨੂੰ ਵਾਪਸ ਦੇ ਦੇਵਾਂਗੇ। ਹੁਣ ਮਾਤਾ ਜੀ ਬਿਰਧ ਨੇ ਤੇ ਇਹਨਾਂ ਦੀ ਆਰਬਲਾ ਬੱਚਿਆਂ ਵੱਤ ਹੈ, ਤੇ ਕਈ ਵਾਰ ਆਪਾਂ ਵੇਖਦੇ ਹਾਂ ਬੱਚੇ ਚੰਚਲ ਬਿਰਤੀ ਨਾਲ ਬਹੁਤ ਤੇਜ਼ ਦੌੜ ਲੈਂਦੇ ਨੇ ਤੇ ਬਿਰਧ ਮਾਤਾਵਾਂ ਕੋਲੋਂ, ਬਿਰਧ ਬਜ਼ੁਰਗਾਂ ਕੋਲੋਂ ਦੌੜਿਆ ਨਹੀਂ ਜਾਂਦਾ। ਸੋ ਪਾਸ ਖੜੇ ਹੋ ਕੇ ਵੀ ਕਹਿੰਦੇ ਸਨ, ਨਜ਼ਦੀਕ ਆ ਕੇ ਵੀ ਵੇਖੋ ਜੇ ਫੜ ਸਕਦੇ ਹੋ ਤੇ ਫੜ ਲਓ, ਅਸੀਂ ਤੁਹਾਨੂੰ ਦੇ ਦੇਵਾਂਗੇ, ਨਹੀਂ ਤਾਂ ਇਹ ਅਸੀਂ ਲੈ ਚੱਲੇ ਹਾਂ। ਇਸ ਵਿੱਚ ਵੀ ਕਈ ਵਾਰ ਇਹ ਕੌਤਕ ਕਰਦੇ ਹਨ। ਨੂਪਰ ਕਿੰਕਨੀ ਕੰਕਨ ਕੰਚਨ ਭੂਖਨ ਇਹ ਸਭ ਨਾ ਦੇ ਉਠਾਵੈ। ਜਿਸ ਵਕਤ ਦੌੜਦੇ ਹਨ, ਜਿਹੜੇ ਗਹਿਣੇ ਆਦਿਕ ਪਾਏ ਹੋਏ ਹਨ ਜਾਂ ਜਿਸ ਵੇ ਤਿਆਰ ਬਰ ਤਿਆਰ ਹੁੰਦੇ ਹਨ, ਦੌੜਦੇ ਹੋਏ ਵੀ ਅਤੀ ਸੁੰਦਰ ਲੱਗਦੇ ਹਨ ਜੀ। ਤਾਏ ਇਤੈ ਉਤ ਜਾਏ ਜਿਤੈ ਕਿਤ ਤਾਹੇ ਗਤਾਗਤ ਧਾਰ ਪਰਮਾਵੈ। ਫਿਰ ਦੌੜ ਪੈਂਦੇ ਹਨ, ਕਦੇ ਨੇੜੇ ਕਦੇ ਦੂਰ, ਕਦੇ ਕਿਸੇ ਦਿਸ਼ਾ ਵੱਲ ਕਦੇ ਕਿਸੇ ਦਿਸ਼ਾ ਵੱਲ। ਸੋ ਇਸ ਵਿਧਨਾ ਇਹ ਇੱਕ ਬਾਲ ਚੋਜ ਹੈ ਲਾਲ ਗੋਬਿੰਦ ਰਾਏ ਜੀ ਕੇ ਜੀਵਨ ਦਾ। ਇਹ ਆਪਣੇ ਉਸ ਸਮੇਂ ਦੀ ਮੌਜ ਦੇ ਵਿੱਚ ਹੀ ਖੇਡ ਰਹੇ ਹਨ। ਭਾਈ ਸਾਹਿਬ ਜੀਆਂ ਨੇ ਇੱਥੇ ਵਿਸਤਾਰ ਸਹਿਤ ਦਾ ਹਵਾਲਾ ਦਿੱਤਾ ਹੈ ਕਿ ਇਦਾਂ ਵਿਚਰਦੇ ਵਿਚਰਦੇ ਵੀ ਮਹਾਰਾਜ ਜੀਆਂ ਨੇ ਆਪਣੇ ਬਚਪਨੇ ਦੇ ਵਿੱਚ ਬੇਅੰਤ ਐਸੇ ਕੌਤਕ ਵਰਤਾਏ ਸਨ। ਜਾਏ ਕਹਾਂ ਗਏ ਕਹਿ ਤੁਝ ਕੋ ਤੋ ਮਾਤ ਕੇ ਪਾਸ ਮੈਂ ਦੇਉ ਗਹਾਈ। ਤੇ ਨਾਲ ਫਿਰ ਜਦੋਂ ਬਿਰਧ ਮਾਤਾ ਜੀਆਂ ਤੋਂ ਫੜਿਆ ਨਹੀਂ ਨਾ ਜਾਂਦਾ, ਫਿਰ ਉਹ ਅੱਗੋਂ ਬੋਲ ਕਰਕੇ ਕਹਿ ਦਿੰਦੇ ਨੇ ਵੀ ਤੁਸੀਂ ਇਹ ਲੈ ਕੇ ਕਿੱਥੇ ਜਾਓਗੇ।
ਕਿੱਥੇ ਜਾਓਗੇ? ਕਿਉਂਕਿ ਜਦੋਂ ਅਸੀਂ ਤੁਹਾਡੇ ਮਾਤਾ ਜੀਆਂ ਦੇ ਪਾਸ, ਭਾਵ ਮਾਤਾ ਨਾਨਕੀ ਜੀ ਜਾਂ ਮਾਤਾ ਗੁਜਰ ਕੌਰ ਜੀਆਂ ਦੇ ਪਾਸ ਜਾਵਾਂਗੇ ਤੇ ਉਹਨਾਂ ਨੂੰ ਤੁਹਾਡੀ ਸ਼ਿਕਾਇਤ ਲਗਾ ਕਰਕੇ ਤੇ ਤੁਹਾਨੂੰ ਉਹਨਾਂ ਤੋਂ ਫੜਾ ਦੇਵਾਂਗੇ ਜੀ। ਛੂਛਕ ਦੈ ਆਪਣੇ ਘਰ ਕੀ, ਹਤਵਾਓ ਭਲੇ ਸਭ ਬਾਤ ਸੁਣਾਈ। ਇਸ ਵਿਦਨਾ ਮਾਤਾ ਜੀਆਂ ਦੇ ਨਾਲ ਬੇਅੰਤ ਕੌਤਕ ਜਿਹੜੇ ਹਨ ਲਾਲ ਜੀ ਕਦੇ ਕਦੇ ਵਰਤਾ ਲੈਂਦੇ ਹਨ, ਲੇਕਿਨ ਜਦੋਂ ਵੀ ਉਹ ਮੰਗ ਕਰਦੇ ਹਨ ਵੀ ਸਾਨੂੰ ਇਹ ਵਾਪਸ ਦੇ ਦੇਵੋ, ਉਹ ਦਿੰਦੇ ਨਹੀਂ ਹਨ। ਸੋ ਵਿਚਰਦੇ ਹਨ, ਖੇਡਦੇ ਹਨ ਬੱਚਿਆਂ ਵੱਤ, ਇਹ ਆਪਣੀ ਮੌਜ ਦੇ ਵਿੱਚ ਕੌਤਕ ਹੰਡਾ ਰਹੇ ਹਨ। ਰੇ ਸੁਣ ਗੋਬਿੰਦ ਜਾਹੇ ਅਬੈਟਰ, ਮੋਹ ਕੋ ਸਰਪ ਕਰੈ ਅਕਲਾਈ। ਤੇ ਫਿਰ ਉਹ ਕਦੇ ਕਦੇ ਥੱਕ ਕਰਕੇ ਨਾ ਦੂਰੋਂ ਹੀ ਆਵਾਜ਼ ਦੇ ਦਿੰਦੇ ਨੇ, ਰੇ ਸੁਣ ਗੋਬਿੰਦ ਜਾਹੋ ਅਬੈਟਰ, ਕਿ ਐ ਗੋਬਿੰਦ ਰਾਏ ਜੀ ਹੁਣ ਤੁਸੀਂ ਟਲ ਜਾਓ, ਹੁਣ ਸਾਨੂੰ ਐਡਾ ਪਰੇਸ਼ਾਨ ਨਾ ਕਰੋ, ਤੰਗ ਨਾ ਕਰੋ, ਕਿਉਂਕਿ ਅਸੀਂ ਸਰੀਰ ਕਰਕੇ ਬਿਰਧਾਂ, ਮੋਹੇ ਕੋ ਸ਼ਰਮ ਕਰਿਆ ਕੁਲਾਈ। ਵੀ ਮੇਰੇ ਸਰੀਰ ਨੂੰ ਜਦੋਂ ਇਦਾਂ ਤੁਹਾਨੂੰ ਫੜਨ ਵਿੱਚ ਮਿਹਨਤ ਹੁੰਦੀ ਹੈ ਨਾ, ਤੇ ਬਾਅਦ ਵਿੱਚ ਸਰੀਰ ਫਿਰ ਜਿਹੜਾ ਹੈ ਉਹ ਥੱਕ ਜਾਂਦਾ ਹੈ। ਸਾਡੇ ਤੋਂ ਤੁਹਾਨੂੰ ਫੜਿਆ ਨਹੀਂ ਜਾਂਦਾ, ਕਿਉਂਕਿ ਤੁਸੀਂ ਬਾਲ ਅਬਲਾ ਵਿੱਚ, ਅਸੀਂ ਬਿਰਧ ਹਾਂ। ਇਦਾਂ ਸਾਨੂੰ ਸਤਾਇਆ ਨਾ ਕਰੋ, ਸਾਨੂੰ ਤੰਗ ਨਾ ਕਰਿਆ ਕਰੋ, ਕਿਉਂਕਿ ਸਾਡਾ ਜਿਹੜਾ ਸਰੀਰ ਹੈ ਉਹ ਫਿਰ ਥਕਾਵਟ ਵਿੱਚ ਆਉਂਦਾ ਹੈ। ਹਾਥ ਤੇ ਡਾਰ ਉਤਾਇਲ ਦਿਓ ਨਹਾ, ਤੈ ਮੈਂ ਕਹੂੰ ਘਰ ਜਾਈ। ਹਾਥ ਤੇ ਡਾਰ ਜੋ ਤੁਸੀਂ ਹੱਥ ਵਿੱਚ ਫੜਿਆ, ਇਹਨੂੰ ਇੱਥੇ ਹੀ ਛੱਡ ਦਿਓ, ਬਸ ਮੈਂ ਇੱਥੋਂ ਹੀ ਫੜ ਲਵਾਂਗੀ। ਨਾ ਤੁਸੀਂ ਇਦਾਂ ਕਰੋ ਤੇ ਨਾ ਹੀ ਅਸੀਂ ਤੁਹਾਡੇ ਘਰ ਜਾ ਕਰਕੇ ਭਾਵ ਮਾਤਾ ਜੀਆਂ ਦੇ ਅੱਗੇ ਕੋਈ ਸ਼ਿਕਾਇਤ ਕਰੀਏ ਜੀ। ਤਾਹੇ ਖਿਜਾਏ ਭਜਾਏ ਸਰਮਾਵੈ, ਫੇਰ ਪਖੇਰਤ ਸੂਤਰ ਪੂਣੀ। ਫਿਰ ਵੀ ਲਾਲ ਗੋਬਿੰਦ ਰਾਏ ਜੀ ਮਾਤਾ ਜੀਆਂ ਨੂੰ ਇਦਾਂ ਖਿਜਾਉਂਦੇ ਹਨ। ਹੁਣ ਖਿਜਾਉਣਾ ਮੈਂ ਫਿਰ ਬੇਨਤੀ ਕਰਾਂ, ਇਹਦੇ ਵਿੱਚ ਵੀ ਬਹੁਤ ਵੱਡੀ ਬਖਸ਼ਿਸ਼ ਹੈ, ਕਿਉਂਕਿ ਇਸ ਖੇਡ ਦੇ ਵਿੱਚੋਂ ਵੀ ਮਹਾਰਾਜ ਜੀਆਂ ਨੇ ਉਹਨਾਂ ਨੂੰ ਐਸੇ ਦੀਦਾਰ ਬਖਸ਼ਿਸ਼ ਹਨ ਵੀ ਉਹ ਜੀਵਨ ਮੁਕਤ ਹੋ ਗਏ। ਹਾਲਾਂਕਿ ਉਹ ਤੇ ਆਪਣੀ ਕਿਰਤ ਵਿੱਚ ਸੰਸਾਰਿਕ ਕਿੱਤਾ ਕੰਮ ਚਲਾ ਰਹੇ ਸਨ, ਲੇਕਿਨ ਲਾਲ ਗੋਬਿੰਦ ਰਾਏ ਜੀ ਨੇ ਖੇਡਦਿਆਂ ਖੇਡਦਿਆਂ ਉਹਨਾਂ ਤੇ ਐਸੀ ਕਿਰਪਾ ਕੀਤੀ ਵੀ ਉਹਨਾਂ ਦੀ ਜਿਹੜੀ ਅੰਤਰਾਤਮਾ ਦੀ ਸੁਰਤ ਸੀ ਉਹ ਲਾਲ ਗੋਬਿੰਦ ਰਾਏ ਜੀ ਦੇ ਚਰਨਾਂ ਵਿੱਚ, ਗੁਰੂ ਚਰਨਾਂ ਵਿੱਚ ਜੁੜ ਗਈ, ਜੀਵਨ ਮੁਕਤ ਹੋ ਗਏ। ਭਾਈ ਸਾਹਿਬ ਜੀ ਕਹਿੰਦੇ ਹਨ, ਤਾਹੇ ਖਿਜਾਏ ਭਜਾਵੇ ਸ਼ਰਮਾਵੇ। ਆਪਣੀ ਮੌਜ ਵਿੱਚ ਉਹਨਾਂ ਨੂੰ ਖਿਜਾਉਂਦੇ ਵੀ ਨੇ, ਭਜਾਉਂਦੇ ਵੀ ਨੇ, ਥਕਾਉਂਦੇ ਵੀ ਨੇ। ਇਹ ਗੁਰੂ ਦੀ ਮੌਜ ਹੈ ਨਾ। ਗੁਰੂ ਕੋ ਕੀ ਕਰੇ? ਵੇਖੋ ਇੱਥੇ ਇੱਕ ਖੇਡ ਦਾ ਉਦਾਹਰਨ ਹੈ, ਅਸੀਂ ਪੜ੍ਹ ਰਹੇ ਹਾਂ, ਠੀਕ ਹੈ, ਇਤਿਹਾਸ ਦੀ ਇੱਕ ਸਾਖੀ ਹੈ ਸਾਡੇ ਦੀ, ਲੇਕਿਨ ਜੇ ਅਸੀਂ ਸੰਸਾਰਿਕ ਪੱਧਰ ਤੇ ਆਪਣੇ ਜੀਵਨ ਦੀ ਗੱਲ ਕਰਾਂਗੇ ਤੇ ਗੁਰੂ ਦੀ ਮੌਜ ਹੈ, ਸਾਨੂੰ ਵੀ ਬੜਾ ਖਿਜਾਉਂਦੇ ਨੇ ਕਈ ਵਾਰ। ਗੁਰੂ ਦੀ ਮੌਜ ਹੈ, ਸਾਨੂੰ ਵੀ ਬੜਾ ਭਜਣਾ ਪੈਂਦਾ ਹੈ, ਸਾਨੂੰ ਜੀਵਨ ਵਿੱਚ ਬੜਾ ਸ਼ਰਮ ਮਿਹਨਤ ਕਰਨੀ ਪੈਂਦੀ ਹੈ, ਫਿਰ ਵੀ ਕਈ ਵਾਰ ਕੁਝ ਹਾਸਲ ਨਹੀਂ ਹੁੰਦਾ। ਇੱਕ ਮੌਜ ਹੈ, ਇੱਕ ਕੌਤਕ ਹੈ, ਇੱਕ ਖੇਡ ਹੈ ਉਹਨਾਂ ਦੀ, ਜੋ ਆਪਣੀ ਮੌਜ ਵਿੱਚ ਖੇਡਦੇ ਹਨ ਤੇ ਕਿਸੇ ਵੀ ਜੀਵ ਨੂੰ ਇਦਾਂ ਭਜਾ ਕੇ, ਥਕਾ ਕੇ, ਹਰਾ ਕੇ ਫਿਰ ਬਿਠਾ ਦਿੰਦੇ ਨੇ ਵੀ ਬਹਿ ਜਾ, ਅਜੇ ਤੇਰੇ ਹੱਥ ਲੱਗਣ ਵਾਲਾ ਕੁਝ ਨਹੀਂ ਹੈ। ਇਹਨੂੰ ਇਉਂ ਨਾ ਸਮਝਣਾ ਵੀ ਕੇਵਲ ਇੱਕ ਸਾਖੀ ਦੇ ਰੂਪ ਵਿੱਚ ਇਹ ਬਚਪਨ ਦੀ ਗੱਲ ਹੈ, ਵਾਰਤਾ ਹੈ, ਕਿਉਂਕਿ ਮੈਂ ਫਿਰ ਬੇਨਤੀ ਕਰਾਂਗਾ, ਗੁਰੂ ਦਾ ਇੱਕ ਇੱਕ ਕੌਤਕ, ਗੁਰੂ ਦੀ ਇੱਕ ਇੱਕ ਖੇਡ ਸਾਨੂੰ ਜੀਵਨ ਵਿੱਚ ਬੜੀ ਵੱਡੀ ਸੇਧ ਹੈ। ਜੇ ਇੱਥੇ ਇੱਕ ਮਾਤਾ ਨੂੰ ਉਹਦਾ ਯੰਤਰ ਫੜ ਕੇ ਤੇ ਅੱਗੇ ਭੱਜ ਉੱਠਦੇ ਨੇ ਤੇ ਉਹਨੂੰ ਕਹਿੰਦੇ ਨੇ ਜੇ ਤੇਰੇ ਕੋਲ ਬਲ ਹੈ ਤੇ ਫੜ ਲੈ, ਨਹੀਂ ਤਾਂ ਫਿਰ ਰਹਿਣ ਦੇ। ਹੁਣ ਮਾਤਾ ਜੀ ਦੌੜਦੇ ਨੇ, ਭੱਜਦੇ ਨੇ, ਘਰ ਵੀ ਉਲਾਮਾ ਦਿੰਦੇ ਨੇ, ਫਿਰ ਵੀ ਉਹਨਾਂ ਨਾਲ ਉਦਾਂ ਹੀ ਖੇਡਦੇ ਨੇ। ਤੇ ਸੱਚ ਹੈ, ਕਈ ਵਾਰ ਸਾਡੇ ਜੀਵਨ ਵਿੱਚ ਵੀ ਐਸਾ ਕੁਝ ਵਰਤਦਾ ਹੈ, ਅਸੀਂ ਵੀ ਕਿਸੇ ਪਦਾਰਥ ਨੂੰ ਪਾਉਣ ਦੇ ਲਈ ਇੰਨਾ ਦੌੜਦੇ ਹਾਂ, ਭੱਜਦੇ ਹਾਂ, ਥੱਕ ਜਾਂਦੇ ਹਾਂ, ਅਖੀਰ ਤੇ ਫਿਰ ਹਾਰ ਕੇ ਬਹਿ ਜਾਂਦੇ ਹਾਂ ਵੀ ਨਹੀਂ ਹੱਥ ਲੱਗਾ। ਤੇ ਫੜਾਂਗੇ ਵੀ ਕਿਤੇ, ਜਦੋਂ ਤੱਕ ਫੜਾਉਣ ਵਾਲਾ ਕਿਰਪਾ ਕਰੇਗਾ ਹੀ ਨਾ, ਅਸੀਂ ਫੜ ਹੀ ਨਹੀਂ ਸਕਦੇ। ਸਾਡੇ ਕੋਲ ਬਲ ਹੀ ਨਹੀਂ ਹੈ, ਸਾਡੇ ਕੋਲ ਤਾਕਤ ਹੀ ਨਹੀਂ ਹੈ। ਸੋ ਇਸ ਵਿੱਚ ਫੇਰ ਆਵਤ ਸੂਤ ਰੂਪੂਣੀ, ਉਹਨਾਂ ਦਾ ਜਿਹੜਾ ਉਹ ਸੂਤ ਵੀ ਚੱਕ ਲੈਂਦੇ ਨੇ, ਉਹਨਾਂ ਦਾ ਉਹ ਯੰਤਰ ਵੀ ਚੱਕ ਲੈਂਦੇ ਨੇ, ਸਭ ਫਿਰ ਵੀ ਮੌਜ ਦੇ ਵਿੱਚ ਖਿਡਾਉਂਦੇ, ਰਿਝਾਉਂਦੇ ਤੇ ਥਕਾ ਕਰਕੇ ਫਿਰ ਬਿਠਾ ਦਿੰਦੇ ਨੇ। ਤੇ ਕਦੇ ਕਦੇ ਜਦੋਂ ਬਹਿ ਜਾਂਦੇ ਨੇ ਫਿਰ ਆਪ ਹੀ ਜਾ ਕੇ ਉਹਨਾਂ ਨੂੰ ਫੜਾ ਵੀ ਦਿੰਦੇ ਆ। ਸੋ ਇਸ ਵੇਲੇ ਸਾਰਾ ਕੌਤਕ ਹੈ ਮਹਾਰਾਜ ਜੀ ਕੇ ਜੀਵਨ ਦਾ, ਜਿਹੜਾ ਉਹਨਾਂ ਨੇ ਬਚਪਨੇ ਦੇ ਵਿੱਚ ਵਰਤਾ ਕਰਕੇ ਤੇ ਇਹਦੇ ਵਿੱਚੋਂ ਦੀ ਬਹੁਤ ਸਾਰੀਆਂ ਸਿੱਖਿਆਵਾਂ ਸਾਨੂੰ ਦਿੱਤੀਆਂ ਹਨ। ਭਾਵੇਂ ਕਿ ਹੈ ਬਾਲਪਨੇ ਦੀ ਖੇਡ, ਲੇਕਿਨ ਇਹਦੇ ਵਿੱਚ ਵੀ ਜੀਵਨ ਦੇ ਬਹੁਤ ਸਾਰੇ ਤੱਥ ਜਿਹੜੇ ਹਨ ਉਹ ਲੁਕੇ ਹਨ ਜੀ। ਬੀਨਤ ਸੋ ਤਬ ਜਾਏ ਮਿਲੇ ਜੈ, ਬਾਲਕ ਬਿਰਦਨ ਖੇਲ ਸਲੂਨੀ। ਬੀਨਤ ਸੋ, ਫਿਰ ਉਸ ਥਾਂ ਤੇ ਵੀ ਜਾ ਮਿਲਦੇ ਹਨ ਜਿਸ ਥਾਂ ਤੇ ਹੋਰ ਬੱਚੇ ਜਿਹੜੇ ਹਨ ਮਹਾਰਾਜ ਜੀ ਕੇ ਜਿਹੜੇ ਹਾਣੀ ਹਨ, ਬਾਲਕ ਬਿਰਦਨ ਖੇਲ ਸਲੂਣੀ,
ਜਿਸ ਥਾਂ ਤੇ ਖੇਡਦੇ ਹਨ, ਜਿਸ ਥਾਂ ਤੇ ਮਾਤਾ ਜੀਆਂ ਤੋਂ ਸੂਤ ਆਦਿਕ ਲੈ ਕਰਕੇ ਪਹੁੰਚਦੇ ਹਨ, ਫਿਰ ਸਾਰੇ ਇਕੱਤਰ ਹੋ ਜਾਂਦੇ ਹਨ। ਤੂਲ ਰੇ ਧਾਰ ਜਥਾ ਬਿਗਰੇ ਤਿਮ, ਹੱਥ ਧਰੇ ਹੋਏ ਕੂਪ ਨਾਉਨੀ। ਤੂਲ ਰੇ ਧਾਰ, ਜਿਹਦੇ ਉੱਪਰ ਉਹ ਸੂਤ ਕੱਤਦੇ ਹਨ, ਤੂਲ ਤਕਲਾ ਵੀ ਆਪਾਂ ਨੂੰ ਸ਼ਬਦ ਕਹਿ ਦਿੰਦੇ ਹਾਂ, ਉਹ ਸਾਰਾ ਕੁਝ ਆਪਣੇ ਹੱਥ ਵਿੱਚ ਲੈ ਕਰਕੇ ਤੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਇਸ ਵਿਧ ਖੇਡਦੇ ਹੋਏ ਕਈ ਵਾਰ ਉਹਦੇ ਵਿੱਚ ਵਿਗਾੜ ਵੀ ਪਾ ਦਿੰਦੇ ਨੇ। ਉਹਦੀ ਜਿਹੜੀ ਉਹ ਕਹਿ ਲਈਏ ਵੀ ਉਹਨੂੰ ਇਸ ਢੰਗ ਦੇ ਨਾਲ ਮੋੜ ਦੇਣਾ, ਉਹਦਾ ਜਿਹੜਾ ਇੱਕ ਨਿਸ਼ਚਿਤ ਆਕਾਰ ਹੈ ਉਹਨੂੰ ਤਬਦੀਲ ਵੀ ਕਰਦੇ ਹਨ। ਸ਼੍ਰੀ ਗੁਜਰੀ ਡਿਗ ਧੀਰ ਦਿਖਾਵਤ, ਬਾਤ ਬਣਾਈ ਸੁਨਾਵਤ ਦੂਨੀ। ਤੇ ਫਿਰ ਇਸੇ ਤਰ੍ਹਾਂ ਜਿਸ ਵਕਤ ਲਾਲ ਗੋਬਿੰਦ ਰਾਏ ਜੀ ਨੇ ਕੀਤਾ ਤੇ ਇੱਕ ਦਿਨ ਉਹ ਬਿਰਧ ਮਾਤਾ ਉਹ ਆਪਣਾ ਸਭ ਕੁਝ ਲੈ ਕਰਕੇ ਮਾਤਾ ਗੁਜਰ ਕੌਰ ਜੀ ਦੇ ਪਾਸ ਆ ਗਈ ਤੇ ਉਹਨਾਂ ਨੇ ਉਹ ਸਾਰਾ ਕੁਝ ਵਿਖਾਇਆ ਜੋ ਜੋ ਲਾਲ ਗੋਬਿੰਦ ਰਾਏ ਜੀ ਹੋਰਾਂ ਨੇ ਖੇਡਦਿਆਂ ਵਿਗਾੜ ਸੁੱਟਿਆ ਸੀ। ਸਭ ਕੁਝ ਮਾਤਾ ਜੀਆਂ ਨੂੰ ਵਿਖਾਇਆ ਵੀ ਆਹ ਦੇਖੋ, ਆਹ ਤੁਹਾਡੇ ਲਾਲ ਜੀਆਂ ਨੇ ਸਾਡੇ ਨਾਲ ਆਹ ਕਾਰਜ ਕੀਤਾ ਹੈ, ਸਾਡਾ ਸਾਰਾ ਸੂਤ ਆਦਿਕ ਤੂਲ ਆਦਿਕ ਸਭ ਵਿਗਾੜ ਦਿੱਤਾ ਹੈ ਜੀ। ਲਿਹੋ ਬਿਲੋਕ ਸੋ ਨੰਦਨ ਕੀ ਕਰਤੂਤ ਕਰੀ ਕਰ ਧੂਮੇ ਉਤਾਰੇ। ਤੇ ਨਾਲ ਇਹ ਵੀ ਕਹਿ ਦਿੱਤਾ ਵੀ ਆਹ ਵੇਖ ਲਓ ਲਾਲ ਜੀ ਦੀ ਜੋ ਵੀ ਉਹਨਾਂ ਨੇ ਖੇਡ ਕੀਤੀ ਹੈ ਸਾਡੇ ਨਾਲ, ਤੇ ਖੇਡ ਵੀ ਐਸੀ ਕੀਤੀ ਹੈ ਵੀ ਅਸੀਂ ਇੱਥੇ ਆਪਣਾ ਰੋਜੀ ਦਾ ਕਾਰਜ ਕਰਦੇ ਸਾਂ, ਰੋਜ਼ਾਨਾ ਜੋ ਸੂਤ ਆਦਿਕ ਕੱਤਦੇ ਸਾਂ, ਪਰੰਤੂ ਖੇਡਦਿਆਂ ਖੇਡਦਿਆਂ ਉਹਨਾਂ ਨੇ ਸਾਡਾ ਸਭ ਕੁਝ ਵਿਗਾੜ ਦਿੱਤਾ ਹੈ। ਬੈਠਨ ਦੇਤ ਨਾ ਕਾਤਨ ਦੇਤ, ਸੋ ਲੇਤ ਉਠੇ ਬਿਨਾ ਹੀ ਨਿਹਾਰੇ। ਜਦੋਂ ਵੀ ਕਿਤੇ ਅਸੀਂ ਬੈਠਨੇ ਆ ਆਪਣੇ ਕਾਰਜ ਵਿੱਚ ਤੇ ਉਹ ਕਿਸੇ ਨਾ ਕਿਸੇ ਰੂਪ ਵਿੱਚ ਖੇਡਦੇ ਹੋਏ ਹਾਣੀਆਂ ਦੇ ਨਾਲ ਪਹੁੰਚ ਜਾਂਦੇ ਨੇ, ਨਾ ਤੇ ਬਹਿਣ ਦਿੰਦੇ ਨੇ ਨਾ ਕੱਤਣ ਦਿੰਦੇ ਨੇ, ਤੇ ਬੜੇ ਹੀ ਸੂਖਮ ਤਰੀਕੇ ਦੇ ਨਾਲ ਇਹ ਸਭ ਕੁਝ ਸਾਡੇ ਤੋਂ ਅੱਖ ਬਚਾ ਕਰਕੇ ਤੇ ਚੁੱਕ ਕੇ ਵੀ ਲੈ ਜਾਂਦੇ ਹਨ। ਫੈਂਕਤ ਦੂਰ ਬਿਖੇਰਤ ਹੈ, ਤਜ ਦੋਰਤ ਹੈ ਕੁਕਰੀ ਬਿਸਤਾਰੇ। ਕਦੇ ਕਦੇ ਜਿਵੇਂ ਕੋਈ ਮਨੁੱਖ ਗੇਂਦ ਸੱਟਦਾ ਹੈ, ਇਦਾਂ ਸੂਤ ਦੇ ਗੋਲੇ ਨੂੰ ਵਗਾ ਕੇ ਸੁੱਟ ਦਿੰਦੇ ਨੇ। ਕਦੇ ਬੱਚਿਆਂ ਦੇ ਨਾਲ ਉਹ ਖੇਡਣ ਲੱਗ ਜਾਂਦੇ ਹਨ ਤੇ ਕਦੇ ਕਦੇ ਦੂਰ ਲੈ ਕਰਕੇ ਦੌੜ ਜਾਂਦੇ ਹਨ, ਜਿਨ੍ਹਾਂ ਨੂੰ ਫੜਨਾ ਵੀ ਸਾਡੇ ਲਈ ਅਤਿਅੰਤ ਕਠਿਨ ਹੈ ਜੀ। ਹਾਥ ਨ ਆਵਤ ਮੋਹ ਪਰਮਾਵਤ, ਮੈਂ ਸ਼ਰਮ ਪਾਏ ਕਰੀ ਹੈ ਪੁਕਾਰੇ। ਤੇ ਮਾਤਾ ਗੁਜਰ ਕੌਰ ਜੀ ਦੇ ਪਾਸ ਆ ਕੇ ਬਿਰਧ ਮਾਤਾ ਕਹਿਣ ਲੱਗੀ ਵੀ ਮੇਰੇ ਸਰੀਰ ਵਿੱਚ ਤਾਂ ਇੰਨਾ ਬਲ ਨਹੀਂ ਵੀ ਅਸੀਂ ਇਹਨਾਂ ਨੂੰ ਫੜ ਸਕੀਏ, ਕਿਉਂਕਿ ਬਿਰਧ ਹਾਂ, ਹੱਥ ਆਉਂਦੇ ਨਹੀਂ, ਕੰਮ ਸਾਰਾ ਸਾਡਾ ਜਿਹੜਾ ਹੈ ਇਹ ਖੇਡਦੇ ਹੋਏ ਵਿਗਾੜ ਦਿੰਦੇ ਹਨ। ਸ੍ਰੀ ਗੁਜਰੀ ਸੁਨ ਪੁੱਤਰ ਕੀ ਵਾਰਤਾ, ਚੰਚਲਤਾ ਜਿਨ ਮੈਂ ਅਦਕਾਈ। ਫਿਰ ਮਾਤਾ ਗੁਜਰ ਕੌਰ ਜੀ ਨੇ ਜਿਸ ਵਕਤ ਆਪਣੇ ਸੁਪੁੱਤਰ ਲਾਲ ਗੋਬਿੰਦ ਰਾਏ ਜੀ ਹੋਰਾਂ ਦੀ ਇਹ ਵਾਰਤਾ ਸੁਣੀ ਤੇ ਮਾਤਾ ਜੀ ਵੀ ਕਹਿਣ ਲੱਗੇ ਵੀ ਹਾਂਜੀ ਇਹ ਸਾਡੇ ਬੱਚਾ ਜਿਹੜੇ ਲਾਲ ਗੋਬਿੰਦ ਰਾਏ ਜੀ ਹਨ ਇਹ ਸੁਭਾਅ ਕਰਕੇ ਥੋੜੇ ਚੰਚਲ ਹਨ, ਕਦੇ ਕਦੇ ਅਸੀਂ ਇਹ ਖੇਡਾਂ ਖੇਡਦੇ ਹਨ, ਘਰ ਵਿੱਚ ਵੀ ਖੇਡ ਲੈਂਦੇ ਹਨ, ਤੁਹਾਡੇ ਘਰ ਜਾ ਕਰਕੇ ਵੀ ਆਪਣੀ ਮੌਜ ਵਿੱਚ ਇਹ ਸਭ ਖੇਡਦੇ ਹਨ। ਜਾਏ ਅਕਾਵਤ ਸੰਜ ਸਵੇਰ, ਬਿਰਦਾ ਬਿਨ ਜੋ ਬੜੀ ਅਕਲਾਈ। ਤੇ ਨਾਲ ਉਹਨਾਂ ਤੋਂ ਵੀ ਪੁੱਛਿਆ ਵੀ ਤੁਸੀਂ ਜਾਂਦੇ ਹੋ ਇਦਾਂ ਬਿਰਧ ਮਾਤਾ ਜੀਆਂ ਨੂੰ ਕਿਉਂ ਤੰਗ ਕਰਦੇ ਹੋ, ਕਿਉਂ ਇਹਨਾਂ ਦਾ ਸੂਤ ਆਦਿਕ ਖੰਡਾ ਦਿੰਦੇ ਹੋ, ਸਭ ਕੁਝ ਚੱਕ ਕੇ ਲੈ ਜਾਂਦੇ ਹੋ, ਕਿਉਂ ਇਹਨਾਂ ਨੂੰ ਇਤਨਾ ਵਿਆਕੁਲ ਕੀਤਾ ਹੈ। ਖਾਨ ਕਿਰਪਾ ਤਨ ਦੀਨ ਕਛੂ ਸਭ ਚੀਰ, ਸਰੀਰ ਕੇ ਦੀਨ ਬਣਾਈ। ਤੇ ਮਾਤਾ ਜੀ ਪ੍ਰਸੰਨ ਹੋ ਗਏ। ਵੈਸੇ ਤੇ ਮਾਤਾ ਜੀਆਂ ਨੇ ਲਾਲ ਜੀਆਂ ਨੂੰ ਵੀ ਪੁੱਛਿਆ ਹੈ ਤੇ ਬਿਰਧ ਮਾਤਾ ਨਾਲ ਵੀ ਗੱਲਬਾਤ ਕੀਤੀ ਹੈ, ਲੇਕਿਨ ਅੱਗੇ ਜਿਹੜੀ ਪੰਕਤੀ ਭਾਈ ਸਾਹਿਬ ਜੀ ਹੋਰਾਂ ਨੇ ਲਿਖੀ ਹੈ ਨਾ, ਠਾਨ ਕਿਰਪਾ ਧਨ ਦੀਨ ਕਛੂ ਸਭ ਚੀਰ ਸਰੀਰ ਕੋ ਦੀਨ ਬਣਾਈ। ਮਾਤਾ ਜੀ ਪ੍ਰਸੰਨ ਹੋ ਗਏ ਕਿ ਚਲੋ ਜੇ ਲਾਲ ਗੋਬਿੰਦ ਰਾਏ ਜੀਆਂ ਨੇ ਤੁਹਾਡਾ ਕੁਝ ਵਿਗਾੜਿਆ ਹੈ ਤੇ ਸਤਿਗੁਰੂ ਜੀ ਕੇ ਘਰ ਵਿੱਚ ਬੜੀਆਂ ਬਰਕਤਾਂ ਨੇ, ਤੁਹਾਨੂੰ ਅਸੀਂ ਇਥੋਂ ਧਨ ਵੀ ਦੇ ਦਿੰਨੇ ਆ, ਸੋਹਣੇ ਵਸਤਰ ਵੀ ਬਣਵਾ ਦਿੰਨੇ ਆ, ਹੋਰ ਜਤਾ ਸ਼ਕਤ ਕੋਈ ਲੋੜ ਹੈ ਤੇ ਤੁਸੀਂ ਇੱਥੋਂ ਪ੍ਰਾਪਤ ਕਰ ਲਓ। ਹੁਣ ਵੇਖੋ ਪਹਿਲੇ ਤੇ ਆਪਾਂ ਸਾਖੀ ਪੜ ਰਹੇ ਸੀ ਨਾ ਵੀ ਮਹਾਰਾਜ ਇਦਾਂ ਖੇਡ ਖੇਡਦੇ ਨੇ, ਪਰੰਤੂ ਇਸ ਖੇਡ ਵਿੱਚ ਵੀ ਕਿੱਡੀ ਵੱਡੀ ਰਮਜ। ਹੁਣ ਉਹ ਬਿਰਧ ਮਾਤਾ ਹੈ, ਸਰੀਰ ਕਰਕੇ ਬਿਰਧ ਹੋ ਚੁੱਕੀ ਹੈ, ਫਿਰ ਵੀ ਸੰਸਾਰਿਕ ਗੁਜ਼ਾਰਾ ਕਰਨ ਦੇ ਲਈ ਆਪਣੀ ਕਿਰਤ ਵਿਰਤ ਵਿੱਚ ਲੱਗੀ ਹੋਈ ਹੈ। ਧਨ ਪਤਾ ਨਹੀਂ ਕਮਾ ਸਕਦੀ ਹੈ ਕਿ ਨਹੀਂ, ਵਿਕਦਾ ਹੈ ਕਿ ਨਹੀਂ, ਇਹ ਬਹੁਤ ਸਾਰੇ ਇਦਾਂ ਦੀਆਂ ਗੱਲਾਂ ਨਿਕਲਣਗੀਆਂ। ਲੇਕਿਨ ਸਤਿਗੁਰੂ ਜੀ ਕੀ ਖੇਡ ਵਰਤਨ ਦੇ ਨਾਲ ਉਸ ਬਿਰਧ ਮਾਤਾ ਨੂੰ ਮਾਤਾ ਗੁਜਰ ਕੌਰ ਜੀ ਹੋਰਾਂ ਨੇ ਬੇਅੰਤ ਧਨ ਦੇ ਦਿੱਤਾ, ਉਹਦਾ ਕਾਰਜ ਸਰ ਗਿਆ, ਸੋਹਣੇ ਵਸਤਰ ਬਣਵਾ ਦਿੱਤੇ, ਉੱਦਾਂ ਜੋ ਜੋ ਵੀ ਉਹਨੂੰ ਲੋੜ ਹੈ ਉਹ ਸਾਰੀਆਂ ਲੋੜਾਂ ਉਹਨਾਂ ਦੀਆਂ ਪੂਰੀਆਂ ਕਰ ਦਿੱਤੀਆਂ। ਇਸ ਵਿੱਚ ਸਤਿਗੁਰੂ ਜੀ ਕੀ ਮੌਜ ਹੈ, ਜਦੋਂ ਕਿਸੇ ਨੂੰ ਕੁਝ ਦੇਣਾ ਹੁੰਦਾ ਹੈ ਨਾ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਕੌਤਕ ਵਰਤਾ ਕੇ ਉਹਦੀ ਝੋਲੀ ਵਿੱਚ ਦਾਤ ਪਾ ਹੀ ਦਿੰਦੇ। ਖੇਡ ਸੀ ਉਹਨਾਂ ਦੀ, ਕਿਉਂਕਿ ਉੱਦਾਂ ਜੇ ਹੋ ਸਕਦਾ ਮਾਤਾ ਜੀਆਂ ਨੂੰ ਕਹਿੰਦੇ ਵੀ ਇਹਨਾਂ ਨੂੰ ਦਿਓ
ਤੇ ਮਾਤਾ ਜੀ ਕਿਸੇ ਵੀ ਰੂਪ ਵਿੱਚ ਜੇ ਨਾ ਕਰ ਦਿੰਦੇ ਜਾਂ ਜੇ ਉਹ ਸਮਾਂ ਨਾ ਆਪਣੀ ਖੇਡ ਦੇ ਵਿੱਚੋਂ ਹੀ ਉਹਨਾਂ ਨੇ ਉਸ ਬਿਰਧ ਮਾਤਾ ਦੀ ਝੋਲੀ ਭਰ ਦਿੱਤੀ ਹੈ। ਉਹਨਾਂ ਨੇ ਬਿਰਧ ਮਾਤਾ ਨੂੰ ਇਹ ਸਭ ਕੁਝ ਦੇ ਦਿੱਤਾ ਹੈ। ਮਾਤਾ ਜੀਆਂ ਨੇ ਪ੍ਰਸੰਨ ਹੋ ਕਰਕੇ ਠਾਨ ਕਿਰਪਾ ਤਨ ਦੀਨ ਕਛੂ, ਕੁਛ ਧਨ ਦੇ ਦਿੱਤਾ, ਕੁਝ ਸਰੀਰ ਤੇ ਪਹਿਰਨ ਦੇ ਲਈ ਸੁੰਦਰ ਵਸਤਰ ਦੇ ਦਿੱਤੇ, ਤੇ ਨਾਲ ਇਹ ਵੀ ਕਹਿ ਦਿੱਤਾ ਵੀ ਜਿੰਨਾ ਕੁ ਤੁਹਾਡਾ ਨੁਕਸਾਨ ਹੋਇਆ ਤੁਸੀਂ ਸਾਨੂੰ ਦੱਸ ਦਿਓ, ਜਿੰਨਾ ਵੀ ਇਹਨਾਂ ਨੇ ਵਿਗਾੜਿਆ ਹੈ ਅਸੀਂ ਉਹ ਸਾਰਾ ਕੁਝ ਤੁਹਾਨੂੰ ਵਾਪਸ ਦੇ ਦਿੰਦੇ ਹਾਂ। ਮੋਹ ਸੁਤ ਜੋ ਅਪਰਾਧ ਕਰੈ, ਮਨ ਮੈਂ ਨੈ ਆਨੋ ਕ੍ਰੋਪ ਸੁਮਾਈ। ਤੇ ਮਾਤਾ ਜੀਆਂ ਨੇ ਕਿਹਾ, ਬਿਰਧ ਮਾਤਾ ਨੂੰ ਇਹ ਗੱਲ ਕਹੀ ਕਿ ਸਾਡੇ ਬੱਚੇ ਲਾਲ ਗੋਬਿੰਦ ਰਾਏ ਜੀ ਜੋ ਵੀ ਇਹ ਖੇਡ ਖੇਡਦੇ ਹਨ, ਅਪਰਾਧ ਕਰੈ ਭਾਵ ਜਿੱਦਾਂ ਵੀ ਉਹਨਾਂ ਦੀ ਮੌਜ ਹੁੰਦੀ ਹੈ, ਇੱਕ ਕੰਮ ਕਰਿਓ, ਉਹਨਾਂ ਦੀ ਕਿਸੇ ਵੀ ਖੇਡ ਨੂੰ ਇਦਾਂ ਮਨ ਵਿੱਚ ਇਹ ਨਾ ਸਮਝਿਓ ਵੀ ਉਹ ਸਾਡਾ ਕੁਝ ਵਿਗਾੜਦੇ ਨੇ। ਕ੍ਰੋਧ ਨਾ ਕਰਿਓ ਉਹਨਾਂ ਤੇ, ਕਦੇ ਵੀ ਉਹਨਾਂ ਨੂੰ ਇਦਾਂ ਡਾਂਟਿਓ ਨਾ, ਕਿਉਂਕਿ ਉਹ ਆਪਣੀ ਮੌਜ ਵਿੱਚ ਬਹੁਤ ਐਸੇ ਕੌਤਕ ਵਰਤਾਉਂਦੇ ਨੇ ਜਿਨ੍ਹਾਂ ਦਾ ਸਾਨੂੰ ਇਲਮ ਨਹੀਂ ਹੈ, ਪਤਾ ਨਹੀਂ ਹੈ। ਇਸ ਲਈ ਜਿੰਨੀ ਤੁਹਾਨੂੰ ਲੋੜ ਹੈ ਜਾਂ ਜਿੰਨਾ ਤੁਹਾਡਾ ਨੁਕਸਾਨ ਜੋ ਘਾਟ ਵੱਧ ਹੋਈ ਹੈ ਉਹ ਭਰਪਾਈ ਅਸੀਂ ਸਤਿਗੁਰੂ ਜੀ ਕੇ ਘਰ ਤੋਂ ਤੁਹਾਨੂੰ ਕਰ ਦਿੰਦੇ ਹਾਂ। ਹੋਰ ਵੀ ਬਹੁਤ ਕੁਝ ਮਾਤਾ ਜੀ ਨੇ ਤਰੁੱਟ ਕੇ ਦੇ ਦਿੱਤਾ, ਲੇਕਿਨ ਇਹ ਕਹਿ ਦਿੱਤਾ ਵੀ ਲਾਲ ਗੋਬਿੰਦ ਰਾਏ ਜੀਆਂ ਦੇ ਆਪਣੇ ਕੌਤਕ ਨੇ, ਉਹਦੇ ਤੇ ਉਹਨਾਂ ਤੇ ਗੁੱਸਾ ਨਾ ਕਰਿਓ। ਤੇ ਸੁਭਾਵਕ ਹੈ ਜਿਹਦੀ ਝੋਲੀ ਧਨ ਨਾਲ ਭਰ ਗਈ, ਉਹਨੂੰ ਹੁਣ ਗੁੱਸਾ ਥੋੜਾ ਨਾ, ਉਹ ਤਾਂ ਪ੍ਰੇਮ ਕਰੇਗਾ ਗੁਰਮੁਖੋ। ਸੋ ਇਸ ਵਿੱਚ ਲਾਲ ਗੋਬਿੰਦ ਰਾਏ ਜੀ ਪਟਨਾ ਸਾਹਿਬ ਦੀ ਧਰਤੀ ਤੇ ਇਹ ਜਿਹੜੇ ਕੌਤਕ ਨੇ ਇਹ ਵਰਤਾ ਰਹੇ ਨੇ, ਬਾਲ ਚੋਜ ਨੇ ਉਹਨਾਂ ਦੇ, ਜਿਹਦੇ ਵਿੱਚ ਉਹਨਾਂ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ। ਬੇਅੰਤ ਐਸੀਆਂ ਕੜਾਵਾਂ ਨੇ, ਜਦੋਂ ਕਰਦੇ ਕਰਦੇ ਕਈਆਂ ਨੂੰ ਬੇਅੰਤ ਕਿਰਪਾ ਵਰਤਾ ਕਰਕੇ ਗਏ ਚਲੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਇੱਥੇ ਕੁਝ ਹਵਾਲੇ ਦਿੱਤੇ ਨੇ ਵਿਸਤਾਰ ਸਹਿਤ, ਤੇ ਸਾਰਾ ਹੌਲੇ ਹੌਲੇ ਜਿਵੇਂ ਇਤਿਹਾਸ ਦੀ ਸਾਖੀ ਅੱਗੇ ਚੱਲੇਗੀ ਯਤਨ ਕਰਾਂਗੇ ਸਾਰੀ ਘਟਨਾ ਆਪ ਸੰਗਤਾਂ ਦੇ ਨਾਲ ਸਾਂਝੀ ਕਰਨ ਦਾ। ਜੀ ਅੱਜ ਇੱਥੇ ਹੀ ਸਮਾਪਤੀ ਹੈ, ਸਮਾਂ ਹੋ ਚੁੱਕਾ। ਹੁਣ ਗੁਰਬਾਣੀ ਦੇ ਕੀਰਤਨ ਸਰਵਣ ਕਰੀਏ, ਵਿਚਾਰਾਂ ਕਰਦੇ ਹਾਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਅਣਜਾਣ ਸਮਝ ਕਰ ਬਖਸ਼ ਲੈਣਾ। ਜੀ ਆਓ ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ। ਜੀ ਮੋਹ ਸੁਤ ਜੋ ਅਪਰਾਧ ਕਰੈ, ਮਨ ਮੈਂ ਨਹਿ ਆਨੋ ਕ੍ਰੋਪ ਸੁਮਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।